जिन्ने भी कानून हुण तक 5-6 साल की सरकार ने बनाए ने वो सारे वो बनाए ने जिहड़े वर्ल्ड वाइड फेल होए ने। बुरी तरह फेल होईयां नीतियां जिहड़ियां किसी भी कंट्री दे विच होईयां ने वो लिया के रख दिते जांदे ने, वो साडे ते थोप दिते जांदे जिहदी कि लोड़ ही नहीं। जिस कानून की कोई लोड़ नहीं वो लिया के थोप दिता गया। जिन्हां ते कानून ये लागू किए जा रहे हैं वो सड़कों पर धरने दे रहे हैं कि सानू इस कानून की कोई लोड़ नहीं। तो सरकार कह रही है तुहाडे भले दा कानून। पहली बार देखा डिवेलपमेंट की गल होने की थां ते थोड़ी प्रमोशन होने की थां ते डिमोशन हो गई। जदों कंट्रैक्ट एक आम देसी किसान आ किरती आ उन्होंने कख नहीं पता, ये तुसीं ये गल कहती कि आम जे बंदे नूं कह दो भी तुसीं कुश्ती लड़नी है अंडरटेकर नाल। वो बड़े बड़े उद्योगपति ने, बिजनेसमैन ने, 100 सलाहकार ने, पूरियां फौजां ने इन्हां कोल एनालिसिस करन नूं, पर वो जदों एक आम किसान नाल करनगे उहदा पक्ष। जदों ठेके लैण वालियां फर्म जिहड़े किसान सीगे किरती सीगे वो खत्म हो गए, फिर ये कहणगे जी आही 1 ਲੱਖ वाला ठेका असीं 30,000 20,000 ਚੱਲਾਂਗੇ। ਹੁਣ ਸਾਡੇ ਕੋਲ ਠੇਕੇ ਵਾਲੇ ਹੈ ਨਹੀਂ, ਚਲੇ ਗਏ। ਜਿਵੇਂ ਅਸੀਂ ਪਹਿਲਾਂ ਮੰਡੀਕਰਨ ਦੀ ਗੱਲ ਕੀਤੀ ਆ ਉਹ ਖਤਮ ਕਰਕੇ ਮਰਜ਼ੀ ਤੇ ਖਰੀਦਣਗੇ, ਉਸੇ ਤਰ੍ਹਾਂ ਫਿਰ ਮਰਜ਼ੀ ਤੇ ਇਹ ਠੇਕੇ ਤੇ। ਸਾਡਾ ਡਿਸਪਿਊਟ ਹੋ ਗਿਆ। ਅਸੀਂ ਤਾਂ ਆਮ ਡਿਸਪਿਊਟ ਇੱਕ ਦੂਜੇ ਨਾਲ ਨਿਬੇੜਦੇ ਆ ਸਾਹਮਣੇ ਜਾ ਕੇ ਵੀ ਹਾਂ 100 ਸਾਡੀਆਂ ਸੰਘਾਂ ਨੇ, 100 ਪੰਚਾਇਤਾਂ ਨੇ, 100 ਅਫਸਰਦਾਰੀ ਆ, ਜ਼ਿੰਦਗੀ 'ਚ ਬੈਠੇ ਆ। ਹੁਣ ਅਸੀਂ ਜਾਵਾਂਗੇ ਕਿਹਦੇ ਕੋਲ? ਅਡਾਨੀ ਦੇ ਘਰੇ ਤਾਂ ਜਾਵਾਂਗੇ ਨਹੀਂ, ਕਿਸੇ ਬਿਜ਼ਨਸਮੈਨ ਦੇ ਘਰੇ ਤਾਂ ਜਾਵਾਂਗੇ। ਯਾਨੀ ਮੈਂ ਸਿੱਧਾ ਸਿੱਧਾ ਕਹਾਂ ਵੀ ਕਾਲਾ ਬਾਜ਼ਾਰੀ ਨੂੰ ਹੁਣ ਲੀਗਲਾਈਜ਼ ਕਰ ਦਿੱਤਾ ਗਿਆ ਵੀ ਕਾਲਾ ਬਾਜ਼ਾਰੀ ਤੁਸੀਂ ਜੰਮ ਕੇ ਕਰੋ। ਪੰਜਾਬੀਅਤ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੇ ਆਪਾਂ ਗੱਲ ਕਰੀਏ ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਸੜਕਾਂ 'ਤੇ ਹੈ, ਰੇਲ ਪਟਰੀਆਂ 'ਤੇ ਹੈ, ਯੂਥ ਉਹਨਾਂ ਦੇ ਨਾਲ ਹੈ। ਯੂਥ ਪਹਿਲੀ ਵਾਰੀ ਹੋਇਆ ਕਿ ਬਜ਼ੁਰਗਾਂ ਦੇ ਨਾਲ ਉਹ ਵੀ ਸੜਕਾਂ 'ਤੇ ਉਤਰਿਆ। ਅਤੇ ਇਸ ਸੰਬੰਧ ਦੇ ਵਿੱਚ ਕੀ ਇਹ ਕਾਨੂੰਨ ਨੇ, ਕਿਉਂ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਪਿਆ, ਇਹਦੀ ਜਾਣਕਾਰੀ ਦੇ ਲਈ ਅਸੀਂ ਪਹੁੰਚੇ ਹਾਂ ਅੱਜ ਐਡਵੋਕੇਟ ਕੁਲਵੀਰ ਸਿੰਘ ਜੀ ਕੋਲ। ਇਹਨਾਂ ਤੋਂ ਲੈਂਦੇ ਹਾਂ ਆਪਾਂ ਕਾਨੂੰਨ ਦੇ ਬਾਰੇ ਪੂਰੀ ਜਾਣਕਾਰੀ। ਹਾਂਜੀ ਕੁਲਵੀਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਪੰਜਾਬੀਅਤ ਟੀਵੀ ਦੇਖ ਰਹੇ ਦੇਸ਼ ਵਿਦੇਸ਼ 'ਚ ਬੈਠੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਾਰੀ ਡਿਬੇਟ ਜਿਹੜੀ ਆਪਾਂ ਗੱਲਬਾਤ ਕਰਨੀ ਆ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਨੀਰਾਮ ਚਾਤਰਿਕ ਜੀ ਦੀਆਂ 2 ਲਾਈਨਾਂ ਕਹਿਣਾ ਚਾਹੁੰਦਾ ਕਿ ਮਰਗੇ ਕਰਦੇ ਮਿਹਨਤਾਂ ਔੜਕ ਭੈੜਾ ਹਾਲ। ਅੱਜ ਪੰਜਾਬ ਦੀ ਕਿਸਾਨੀ, ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਜੋ ਵੀ ਇੱਕ ਵਰਗ ਹੈ ਜਿਹੜਾ ਖੇਤੀ ਦੇ ਨਾਲ ਸੰਬੰਧਿਤ ਨਹੀਂ ਹੈ, ਉਹ ਵੀ ਇਸ ਅਭਾਗੇ ਕਾਨੂੰਨ ਦੇ ਹੇਠਾਂ ਆ ਕੇ ਬਹੁਤ ਹੀ ਬੁਰੀ ਦਿਸ਼ਾ ਵੱਲ ਨੂੰ ਵੱਧ ਰਿਹਾ ਹੈ। ਸੋ ਇਸੇ ਕਰਕੇ ਕਿਸਾਨ, ਇਸੇ ਕਰਕੇ ਮਜ਼ਦੂਰ, ਇਸੇ ਕਰਕੇ ਨੌਜਵਾਨ ਵਰਗ, ਇਸੇ ਕਰਕੇ ਆੜ੍ਹਤੀਆ ਵਰਗ, ਦੁਕਾਨਦਾਰ ਵਰਗ, ਤੁਸੀਂ 25 ਸਤੰਬਰ ਦਾ ਬੰਦ ਦੇਖ ਲਓ ਕਿ ਕਦੇ ਐਸਾ ਬੰਦ ਹੀ ਨਹੀਂ ਦੇਖਿਆ। ਇੱਕ ਜੋ ਵਿਚਾਰਾ ਮੋਚੀ ਉਹ ਦੁਕਾਨ ਲਾਉਂਦਾ, ਉਹਦੀ ਦੁਕਾਨ ਕੀ ਆ, ਇੱਕ ਬੋਰੀ ਦੀ ਦੁਕਾਨ ਆ, ਬੋਰੀ ਵਿਛਾਈ, ਉਹਦੀ ਦੁਕਾਨ ਦਾ ਕੰਮ ਚਾਲੂ, ਉਹਨੇ ਵੀ ਇਸ ਦੇ ਵਿਰੋਧ 'ਚ ਆਪਣੀ ਦੁਕਾਨ ਨੂੰ ਬੰਦ ਰੱਖਿਆ। ਕਿ ਐਡਾ ਕਾਲਾ ਕਾਨੂੰਨ ਇੰਡੀਆ ਦੇ ਇਤਿਹਾਸ 'ਚ ਪਹਿਲੀ ਵਾਰੀ ਬਣਿਆ ਜਿਹਦਾ ਸਾਰੇ ਹੀ ਵਰਗਾਂ 'ਤੇ ਸਮਾਨ ਇਫੈਕਟ ਜਾਣਾ। ਇਹ ਚੀਜ਼ ਅੱਜ ਨਹੀਂ ਪਤਾ ਚੱਲਣੀ, ਇਹ 3-4 ਸਾਲਾਂ ਨੂੰ ਪਤਾ ਚੱਲਣੀ ਆ। ਕੁਲਵੀਰ ਜੀ, ਮੈਂ ਸਭ ਤੋਂ ਜਾਣਨਾ ਚਾਹੁੰਦਾ ਵੀ ਇਹ ਕਾਨੂੰਨ ਹੈ ਕੀ ਨੇ, ਇਹਨਾਂ ਦੀ ਵਿਸਤਾਰ ਦੇ ਵਿੱਚ ਜਾਣਕਾਰੀ ਦਿਓ ਤਾਂ ਕਿ ਸਾਡੇ ਵਿਊਅਰਸ ਨੂੰ ਇਸ ਦੇ ਬਾਰੇ ਵਿਸਤਾਰ ਦੇ ਵਿੱਚ ਪਤਾ ਲੱਗ ਸਕੇ, ਕਿਉਂਕਿ ਜ਼ਿਆਦਾਤਰ ਲੋਕੀ ਜੋ ਧਰਨੇ 'ਚ ਬੈਠੇ ਨੇ ਉਹਨਾਂ ਨੂੰ ਇਹਨਾਂ ਕਾਨੂੰਨਾਂ ਦੇ ਬਾਰੇ ਪਤਾ ਹੀ ਹੈ ਨਹੀਂ। ਅਤੇ ਤੁਸੀਂ ਇਹਦੀ ਸਪਸ਼ਟੀਕਰਨ ਜੋ ਹੈ ਕਾਨੂੰਨਾਂ ਦਾ ਸਪਸ਼ਟੀਕਰਨ ਦਿਓ ਵੀ ਕੀ ਹੈ ਇਹਨਾਂ ਦਾ। ਮੈਂ ਵੀਰ ਜੀ ਇਹ ਗੱਲ ਦੱਸਣ ਤੋਂ ਪਹਿਲਾਂ ਕਿ ਕਾਨੂੰਨ ਕੀ ਨੇ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਜਾਣਾ, 1 ਮਿੰਟ ਦਾ ਸਮਾਂ ਹੀ ਲਵਾਂਗਾ। ਕਿ ਜਿੰਨੇ ਵੀ ਕਾਨੂੰਨ ਹੁਣ ਤੱਕ 5-6 ਸਾਲ ਦੀ ਸਰਕਾਰ ਨੇ ਬਣਾਏ ਨੇ ਉਹ ਸਾਰੇ ਉਹ ਬਣਾਏ ਨੇ ਜਿਹੜੇ ਵਰਲਡ ਵਾਈਡ ਫੇਲ ਹੋਏ ਨੇ। ਬੁਰੀ ਤਰ੍ਹਾਂ ਫੇਲ ਹੋਈਆਂ ਨੀਤੀਆਂ ਜਿਹੜੀਆਂ ਕਿਸੇ ਵੀ ਕੰਟਰੀ ਦੇ ਵਿੱਚ ਹੋਈਆਂ ਨੇ ਉਹ ਲਿਆ ਕੇ ਰੱਖ ਦਿੱਤੇ ਜਾਂਦੇ ਨੇ, ਉਹ ਸਾਡੇ 'ਤੇ ਥੋਪ ਦਿੱਤੇ ਜਾਂਦੇ ਨੇ ਜਿਹਦੀ ਕਿ ਲੋੜ ਹੀ ਨਹੀਂ। ਜਿਸ ਕਾਨੂੰਨ ਦੀ ਕੋਈ ਲੋੜ ਨਹੀਂ ਉਹ ਲਿਆ ਕੇ ਥੋਪ ਦਿੱਤਾ ਗਿਆ। ਜਿਨ੍ਹਾਂ 'ਤੇ ਕਾਨੂੰਨ ਇਹ ਲਾਗੂ ਕੀਤੇ ਜਾ ਰਹੇ ਨੇ ਉਹ ਸੜਕਾਂ 'ਤੇ ਧਰਨੇ ਦੇ ਰਹੇ ਨੇ ਕਿ ਸਾਨੂੰ ਇਸ ਕਾਨੂੰਨ ਦੀ ਕੋਈ ਲੋੜ ਨਹੀਂ। ਅਤੇ ਸਰਕਾਰ ਕਹਿ ਰਹੀ ਆ ਤੁਹਾਡੇ ਭਲੇ ਦਾ ਕਾਨੂੰਨ। ਭਲੇ ਦਾ ਕਾਨੂੰਨ ਕਿੱਦਾਂ, ਉਹ ਆਪਾਂ ਹੁਣ ਇਹਨੂੰ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਲਿਆਂਦਾ ਕਿ ਜਿਹੜੀ ਮੰਡੀ ਸਿਸਟਮ ਸੀਗਾ, ਮੰਡੀਕਰਨ ਬੋਰਡ ਦਾ ਸਿਸਟਮ ਸੀਗਾ, ਜਿਹੜੀਆਂ ਸਾਡੀਆਂ 7000 ਮੰਡੀਆਂ ਨੇ ਜਿਹਦੇ ਥਰੂ ਆੜ੍ਹਤੀਆ ਸਿਸਟਮ ਹੋ ਕੇ ਸਾਡੀ ਫਸਲ, ਜਿੱਥੇ 2 ਚੀਜ਼ਾਂ ਦੀ ਪ੍ਰੋਕਿਓਰਮੈਂਟ ਸੀਗੀ, ਇੱਕ MSP ਜਿਹੜੀ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਕਿਸੇ ਫਸਲ ਦਾ ਹੋਏਗਾ, ਅਤੇ ਦੂਸਰਾ ਹੈਗਾ ਸੀ ਜਿਹੜਾ ਸਾਡੇ ਨਾਲ ਵਾਅਦਾ ਸੀਗਾ ਉਹ ਸੀਗਾ ਕਿ ਤੁਹਾਡਾ ਦਾਣਾ ਦਾਣਾ ਚੱਕਿਆ ਜਾਏਗਾ। ਇਹਦੇ ਨਾਲ ਭਰੋਸੇਯੋਗਤਾ ਵੱਧਦੀ ਸੀ। ਅਤੇ ਮੈਂ ਖੁਦ ਵੀ ਕਿਸਾਨ ਦਾ ਬੇਟਾ, ਖੁਦ ਵੀ ਕਿਸਾਨੀ ਕੀਤੀ ਆ, ਸਾਨੂੰ ਵੀ ਪਤਾ ਵੀ ਇਹ ਸਿਸਟਮ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਔਰ ਇਹ ਜਿਹੜਾ ਸਿਸਟਮ ਹੁਣ ਲੈ ਕੇ ਆਏ ਨੇ ਓਪਨ ਮੰਡੀ, ਇੱਕ ਦੇਸ਼ ਇੱਕ ਮੰਡੀ, ਸਭ ਤੋਂ ਪਹਿਲਾ ਬਿੱਲ ਇਹ 50-60 ਸਾਲਾਂ ਤੋਂ ਅਮਰੀਕਾ ਦੇ ਵਿੱਚ ਸੀਗਾ, ਯੂਰਪ ਦੇ ਵਿੱਚ ਸੀਗਾ ਬਹੁਤ ਸਾਰੇ ਸਾਲਾਂ ਤੋਂ, ਆਸਟ੍ਰੇਲੀਆ, ਹੋਰ ਬੜੀਆਂ ਥਾਵਾਂ ਤੋਂ ਫੇਲ ਹੋਇਆ।
ਔਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਇਹ ਇੰਡੀਆ ਦੇ ਵਿੱਚ ਫੇਲ ਹੋਇਆ। 2006 ਦੇ ਵਿੱਚ ਬਿਹਾਰ 'ਚ ਲਾਗੂ ਕੀਤਾ ਗਿਆ। ਮੰਡੀਕਰਨ ਸਿਸਟਮ ਆ ਜਿਹੜਾ ਤੋੜ ਦਿੱਤਾ ਗਿਆ। ਖੁੱਲ੍ਹੀ ਮੰਡੀ, ਕੋਈ ਆਵੇ, ਕੋਈ ਖਰੀਦੇ, ਕੋਈ ਕਿਤੇ ਜਾ ਕੇ ਵੇਚੇ। ਤੁਸੀਂ ਅੱਜ ਵੀ ਪਤਾ ਕਰ ਲਓ 2006 ਤੋਂ 2020 ਆ ਗਿਆ ਕਿ 16 ਸਾਲਾਂ ਦੇ 14 ਸਾਲਾਂ ਦੇ ਸਮੇਂ ਦੇ ਦੌਰਾਨ ਉਹਨਾਂ ਬਿਹਾਰ ਵਾਲੇ ਬੰਦਿਆਂ ਦੀ, ਉਹਨਾਂ ਕਿਸਾਨਾਂ ਦੀ ਕੋਈ ਆਮਦਨ 'ਚ ਵਾਧਾ ਹੋਇਆ? ਉਹ ਅੱਜ 20-20 ਕਿੱਲਿਆਂ ਵਾਲੇ ਕਿਸਾਨ, ਉੱਥੇ ਫਸਲ ਦਾ ਮੁੱਲ ਨਹੀਂ ਮਿਲ ਰਿਹਾ। ਉੱਥੇ ਜਿਹੜਾ ਵਪਾਰੀ ਹੈ ਉਹਨਾਂ ਨੂੰ ਸ਼ੋਸ਼ਣ ਕਰ ਰਿਹਾ, ਘੱਟ ਰੇਟ 'ਤੇ ਖਰੀਦ ਕੇ ਪੰਜਾਬ ਹਰਿਆਣੇ ਦੀਆਂ ਮੰਡੀਆਂ 'ਚ ਲਿਆ ਕੇ ਵੇਚ ਰਿਹਾ 500 700 ਰੁਪਏ ਕੁਇੰਟਲ ਦੇ ਹਿਸਾਬ ਨਾਲ। ਉਹਨਾਂ ਦੀ ਜੀਰੀ ਅਤੇ ਕਣਕ, ਉਹਨਾਂ ਦੀ ਜ਼ਮੀਨਾਂ ਇੰਨੀਆਂ ਮਾੜੀਆਂ ਨਹੀਂ, ਪਰ ਉਹਨਾਂ ਨੂੰ ਮੁੱਲ ਨਹੀਂ ਮਿਲ ਰਿਹਾ। ਹੁਣ ਅੱਜ ਦੇ ਸਮੇਂ ਤੋਂ ਬਾਅਦ ਇਹ ਕਾਨੂੰਨ ਆਉਣ ਤੋਂ ਬਾਅਦ ਪੰਜਾਬ ਨਾਲ ਵੀ ਇਹੀ ਹੋਏਗਾ। ਪਰ ਇਹ ਕੰਨ ਟੇਢੇ ਪਾਸਿਓਂ ਫੜਿਆ। ਇਹ ਕਹਿੰਦੇ ਜੀ ਅਸੀਂ ਜਿਹੜੇ ਆ ਤੁਹਾਡੀਆਂ ਪਹਿਲਾਂ ਹੀ APMC ਜਿਹੜੀਆਂ ਮੰਡੀਕਰਨ ਚੱਲ ਰਿਹਾ, ਅਸੀਂ ਉਹਨੂੰ ਤੋੜਿਆ ਨਹੀਂ, ਅਸੀਂ ਉਹਨੂੰ ਐਜ਼ ਇਟ ਇਜ਼ ਬਹਾਲ ਰੱਖਿਆ। ਅਤੇ ਉਹਦੇ ਤੋਂ ਬਾਅਦ ਅਸੀਂ ਇੱਕ ਕਿਸਾਨ ਨੂੰ ਪਰਮਿਸ਼ਨ ਦਿੱਤੀ ਆ, ਖੁੱਲ੍ਹ ਦਿੱਤੀ ਹੈ ਕਿ ਦੇਸ਼ ਦੇ ਕਿਤੇ ਵੀ ਜਾ ਕੇ ਉਹ ਜਿੱਥੇ ਉਹਨੂੰ ਵਧੀਆ ਮੁੱਲ ਮਿਲਦਾ ਆਪਣੀ ਫਸਲ ਵੇਚ ਸਕਦਾ। ਤਾਂ ਮੈਂ ਹੁਣ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਉਹ ਮਾਡਲ ਲੈ ਕੇ ਆਏ ਨੇ ਜਿਹੜਾ USA 'ਚ ਆਲਰੇਡੀ ਫੇਲ ਹੈ। ਅਤੇ ਮੈਂ ਤੁਹਾਨੂੰ ਇੱਥੇ ਦੱਸਦਾ ਹਾਂ, USA ਦੇ ਵਿੱਚ ਜਿਹੜੀ ਸਭ ਤੋਂ ਛੋਟੀ ਇਕਾਈ ਆ, ਛੋਟੇ ਜ਼ਮੀਂਦਾਰ ਆ, ਉਹਦੇ ਕੋਲ ਜਿਹੜੀ ਜ਼ਮੀਨ ਹੈ ਕਿਸਾਨ, ਉਹ 400+ ਕਿੱਲਿਆਂ ਦਾ। ਵੱਡੇ ਤਾਂ ਹਜ਼ਾਰਾਂ ਏਕੜਾਂ ਦੇ ਫਾਰਮ ਨੇ। ਸਾਡਾ ਜਿਹੜਾ ਹੈਗਾ 85% ਕਿਸਾਨ, ਉਹ 1.8 ਹੈਕਟੇਅਰ ਹੈ ਉਹਦੇ ਕੋਲ, 3 ਤੋਂ 4 ਕਿੱਲੇ ਵਾਲਾ। ਤੋ ਜਦੋਂ 400 ਕਿੱਲੇ ਵਾਲਾ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਿਆ, ਉਹ ਵੀ ਉਸ ਥਾਂ ਦਾ ਜਿੱਥੇ ਬਹੁਤ ਸਾਰੇ ਆ, ਉਹਨਾਂ ਨੂੰ ਇੰਸ਼ੋਰੈਂਸ ਪੋਲਿਸੀ ਹੈ, ਉੱਥੇ ਬੜੀਆਂ ਵਧੀਆ ਗਾਈਡਲਾਈਨਸ ਨੇ, ਉਹਨਾਂ 'ਚ 85% ਅਮਰੀਕਨ ਕਿਸਾਨ ਨੇ ਜਿਹੜੇ ਬੈਂਕ ਕਰਪਟ ਹੋ ਗਏ ਨੇ। ਫਿਰ ਅਸੀਂ ਇਹੋ ਜਿਹੇ ਸਿਸਟਮ ਤੋਂ ਇੰਡੀਆ 'ਚ ਕੀ ਉਮੀਦ ਕਰਦੇ ਹਾਂ? ਇਹਨਾਂ ਦਾ ਇੱਕ ਗੱਲ ਘੁਮਾ ਫਿਰਾ ਕੇ ਕਰਨ ਦਾ ਬੜਾ ਤਰੀਕਾ ਵਧੀਆ ਕਿ ਜੇ APMC ਜਿਹੜੀਆਂ ਮੰਡੀਆਂ ਨੇ, ਇਹਦਾ ਫਾਇਦਾ 6% ਕਿਸਾਨ ਲੈ ਰਿਹਾ। ਇਹ ਜਦੋਂ ਇਹ ਬਿਆਨ ਜਾਰੀ ਕਰ ਦਿੰਦੇ ਨੇ, ਫਿਰ ਉਹ ਕੁਐਸਚਨ ਬਣ ਜਾਂਦਾ ਵੀ ਜੇ 6% ਕਿਸਾਨ ਨੂੰ ਫਾਇਦਾ ਮਿਲ ਰਿਹਾ, ਫਿਰ ਜ਼ਰੂਰੀ ਆ ਸਾਰਿਆਂ ਨੂੰ ਫਾਇਦਾ ਦਿਓ। ਪਰ ਇਹ ਨਹੀਂ ਕਹਿੰਦੇ ਕਿ ਦੇਸ਼ ਦੇ 6% ਕਿਸਾਨ ਨੂੰ ਫਾਇਦਾ ਹੋ ਰਿਹਾ। ਇਹ ਪੰਜਾਬ ਦੇ ਤਾਂ 100% ਨੂੰ ਹੋ ਰਿਹਾ, ਹਰਿਆਣੇ ਦੇ ਨੂੰ ਹੋ ਰਿਹਾ। ਜਿੱਥੋਂ ਉਹਨਾਂ ਨੇ ਮੰਡੀ ਤੋੜੀ ਆ, ਉਹ ਥੱਲੇ ਚਲੇ ਗਏ। ਹੁਣ ਚਾਹੀਦਾ ਤਾਂ ਇਹ ਆ ਕਿ ਉਹਨਾਂ ਨੂੰ ਚੱਕ ਕੇ 6% ਵਾਲਿਆਂ ਦੇ ਬਰਾਬਰ ਕੀਤਾ ਜਾਵੇ। ਇੱਕ ਕਰ ਉਲਟ ਰਹੇ ਨੇ ਕਿ 6% ਵਾਲਿਆਂ ਨੂੰ ਖਿੱਚ ਕੇ ਨੀਚੇ ਕਰ ਰਹੇ ਨੇ। ਪਹਿਲੀ ਵਾਰ ਦੇਖਿਆ ਡਿਵੈਲਪਮੈਂਟ ਦੀ ਗੱਲ ਹੋਣ ਦੀ ਥਾਂ 'ਤੇ ਤੁਹਾਡੀ ਪ੍ਰਮੋਸ਼ਨ ਹੋਣ ਦੀ ਥਾਂ 'ਤੇ ਡਿਮੋਸ਼ਨ ਹੋ ਗਈ। ਵਕੀਲ ਸਾਹਿਬ, ਤੁਸੀਂ ਪਹਿਲੇ ਕਾਨੂੰਨ ਇੱਕ ਦੇਸ਼ ਇੱਕ ਮੰਡੀ ਦਾ ਵਿਸਤਾਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਮਝਾਇਆ, ਅਤੇ ਅਸੀਂ ਹੁਣ ਜਾਣਨਾ ਚਾਹੁੰਦੇ ਹਾਂ ਵੀ ਇਹਦਾ ਨੁਕਸਾਨ ਕਿਸਾਨੀ ਨੂੰ ਕਿਸ ਹੱਦ ਤੱਕ ਇਹਦਾ ਨੁਕਸਾਨ ਹੋਵੇਗਾ ਅਤੇ ਕੀ ਫਾਇਦਾ ਹੋਵੇਗਾ? ਵਿਸ਼ਾਲ ਜੀ, ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜਾ ਇਹ ਬਿੱਲ ਹੈ, ਇਹਦੇ ਨੁਕਸਾਨ ਦੱਸਾਂ ਉਸ ਤੋਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਕਿ ਨੁਕਸਾਨ ਹੋ ਕਿਹਨੂੰ ਰਹੇ ਨੇ। ਇਕੱਲੇ ਕਿਸਾਨ ਨੂੰ ਨਹੀਂ ਹੋ ਰਹੇ, ਆਮ ਕਿਰਤੀ ਮਜ਼ਦੂਰ। ਦੇਖੋ, ਇੱਕ ਮੰਡੀ ਆ, ਇੱਕ ਸਿਸਟਮ ਹੈ, ਉੱਥੇ ਆੜ੍ਹਤੀਆ ਵੀ ਆ, ਉੱਥੇ ਉਹਦੇ ਕੋਲ ਕਲਰਕ ਵੀ ਆ, ਉਹਦਾ ਮਨੀਮ ਆ ਜਿਹਨੂੰ ਕਹਿੰਦੇ ਆਪਾਂ, ਉੱਥੇ ਕੱਚੀ ਲੇਬਰ, ਪੱਕੀ ਲੇਬਰ, ਉੱਥੇ ਟਰਾਂਸਪੋਰਟੇਸ਼ਨ ਵਾਲੇ ਸਾਰੇ, ਮਤਲਬ ਪੱਲੇਦਾਰ ਤੋਂ ਲੈ ਕੇ A to Z, ਜਿਹੜੇ ਉੱਥੇ ਆ ਕੇ ਚਾਹ ਦੇ ਦੁਕਾਨਾਂ ਲਗਾਉਂਦੇ ਆ, A to Z, ਗਰੀਬ ਤੋਂ ਲੈ ਕੇ ਅਮੀਰ, ਜਿਹੜੇ ਵੀ ਉਹਦੇ ਨਾਲ ਲਿੰਕ 'ਚ ਨੇ ਮੰਡੀ ਨਾਲ, ਉਹ ਸਾਰਿਆਂ 'ਤੇ ਹੀ ਅਸਰ ਪੈਣ ਜਾਣਾ। ਸੋ ਇਹ ਕੀ ਇੱਕ ਸਿਸਟਮ ਬਣਾਇਆ ਗਿਆ। ਹਾਲੇ ਇਹਦਾ ਨਹੀਂ ਪਤਾ ਚੱਲਣਾ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਪਤਾ ਚੱਲੇਗਾ 3-4 ਸਾਲ ਤੋਂ ਬਾਅਦ ਵੀ ਇਹਦੇ ਬੈਡ ਇਫੈਕਟ, ਜਿਹੜੇ ਬੁਰੇ ਪ੍ਰਭਾਵ ਨੇ, ਉਹ ਕੀ ਨੇ। ਉਹ ਕਿਵੇਂ? ਉਹਦੇ ਜਿਵੇਂ ਉਦਾਹਰਨ ਦੱਸਦਾ ਤੁਹਾਨੂੰ। ਇੱਕ ਐਮਾਜ਼ੋਨ ਦੀ ਐਪ ਆ, ਉਹ ਇੰਡੀਆ 'ਚ ਸ਼ੁਰੂ ਹੁੰਦੀ ਆ 4-5 ਸਾਲ 6 ਸਾਲ ਪਹਿਲਾਂ, ਅਤੇ ਉਹ ਕਹਿੰਦੀ ਆ ਵੀ ਜੇ ਤੁਸੀਂ ਬੁੱਕਸ ਖਰੀਦਣੀਆਂ ਨੇ, ਕਿੰਨੇ ਦੀਆਂ ਵੀ ਖਰੀਦ ਲਓ, ਅਸੀਂ ਤੁਹਾਡੇ ਤੋਂ ਕੋਈ ਕਿਰਾਇਆ ਨਹੀਂ ਲਵਾਂਗੇ, ਉਹਦਾ ਕੋਈ ਘਰ ਭੇਜਣ ਦਾ ਕੋਈ ਤੁਹਾਡੇ ਤੋਂ ਰੈਂਟ ਨਹੀਂ ਚਾਰਜ ਲਵਾਂਗੇ। ਤਾਂ ਉਹ ਕੀ ਕਰਦੇ ਆ, ਜਦੋਂ ਹੁਣ ਉਹਨਾਂ ਦਾ ਕੰਮ ਚੱਲ ਜਾਂਦਾ, ਹੁਣ ਆ ਕੇ ਕਹਿੰਦੇ ਵੀ ਇੱਕ ਸਾਡੀ ਵਿੰਡੋ ਹੈ ਜੀ, 500 ਤੋਂ ਥੱਲੇ ਖਰੀਦੋਗੇ ਤੁਹਾਨੂੰ 40 ਰੁਪਏ 50 ਰੁਪਏ ਪੇ ਕਰਨੇ ਪੈਣਗੇ। ਤਾਂ ਉਹਨਾਂ ਨੇ ਸ਼ਰਤ ਮਨਵਾਉਣੀ ਸ਼ੁਰੂ ਕਰ ਲਈ। ਤੋ ਸੈਕਿੰਡ ਜਿਹੜਾ ਹੈਗੀ ਆ, ਉਹ ਜੀਓ ਦੀ ਹੈਗੀ। ਆਪਾਂ 2016 ਦੇ ਵਿੱਚ ਲਾਂਚ ਹੋਇਆ ਜੀਓ। ਉਹ ਆਪਾਂ ਸਭ ਜਾਣਦੇ ਹਾਂ ਕਿ ਫ੍ਰੀ ਦਾ ਸਿਮ ਆ ਜੀ, ਫ੍ਰੀ ਦਾ ਨੈੱਟ ਆ ਜੀ, ਜਿੰਨਾ ਮਰਜ਼ੀ ਯੂਜ਼ ਕਰੋ। ਉਹਦੇ ਨਾਲ ਉਹਨਾਂ ਨੇ ਦੂਹਰਾ ਫਾਇਦਾ ਕੀਤਾ ਆਪਣਾ। ਇੱਕ ਤਾਂ ਬਾਕੀ ਦੇ ਜਿਹੜੇ ਉਹਨਾਂ ਦੇ ਕੰਪੀਟੀਟਰ ਸੀਗੇ ਮਾਰਕੀਟ 'ਚ, ਉਹ ਭਜਾ ਤੇ ਉਦੋਂ 12-13 ਸੀਗੇ, ਹੁਣ 3 ਰਹਿ ਗਏ। ਦੂਜਾ ਇਹ ਸੀ ਕਿ ਲੋਕਾਂ ਨੂੰ ਉਸ ਪਾਸੇ ਲਾਇਆ, ਹੁਣ ਲੋਕਾਂ ਤੋਂ ਵਧੀਆ ਪੈਸੇ ਵਸੂਲ ਕਰ ਰਹੇ ਨੇ। ਅੱਜ ਦੱਸ ਦਿਓ ਜੀ ਕਿਹੜਾ ਪਲਾਨ ਫ੍ਰੀ ਮਿਲਦਾ। ਸੇਮ ਐਜ਼ ਇਟ ਇਜ਼ ਇਹ ਕਾਨੂੰਨ ਹੈ। ਜਦੋਂ ਆਪਾਂ ਇੱਕ ਸੈਟਅਪ ਦੇ ਵਿੱਚ, ਮੰਡੀਕਰਨ ਬੋਰਡ ਦੇ ਵਿੱਚ ਜਿਹੜਾ ਸਾਰਾ ਸੈਟਅਪ ਸੀਗਾ, ਜਿਹਦੇ 'ਚ ਬਕਾਇਦਾ ਲਾਇਸੈਂਸ ਲੈ ਕੇ ਆੜਤ ਹੁੰਦੀ ਸੀ, ਆੜਤੀ ਜ਼ਿਮੀਂਦਾਰ ਦਾ, ਕਿਸਾਨ ਦਾ ਅਤੇ ਗਰੀਬ ਲੋਕਾਂ ਦਾ ਰਿਸ਼ਤਾ ਸੀਗਾ, ਜਿਨ੍ਹਾਂ ਨੂੰ ਐਮਰਜੈਂਸੀ ਦੇ ਵਿੱਚ ਪੈਸੇ ਦੀ ਲੋੜ ਪੈ ਗਈ, ਆੜਤੀ ਤੋਂ ਫੜ ਲਏ, ਫਸਲ ਵੇਲੇ ਚੁਕਾ ਤੇ, ਲੇਬਰਰ ਨੇ ਵੀ ਇਹ ਲੇਬਰ ਕਰਕੇ ਚੁਕਾ ਤੇ, ਉਹ ਸਾਰਾ ਸਿਸਟਮ ਖਤਮ ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਇੱਕ ਮੰਡੀ ਇੱਕ ਦੇਸ਼।
ਇਹ ਮੰਡੀ ਦੇ ਬਾਹਰ ਸੌਦਾ ਕਰਨਗੇ। ਮੰਨ ਲਓ ਆਪਾਂ ਮੋਟਾ ਜਿਹਾ ਲੈ ਕੇ ਚੱਲਦੇ ਹਾਂ ਵੀ MSP 'ਤੇ ਆਪਾਂ ਗੱਲ ਕਰਦੇ ਹਾਂ ਵੀ ਚਲੋ 1900 ਸਮਥਿੰਗ ਕਣਕ ਵਿਕੀ ਸੀਗੀ, ਇੱਥੇ ਜੇ ਕਿਤੇ ਕਰਕੇ ਜੀਰੀ ਹੈਗੀ ਆ, ਮਤਲਬ ਆਪਾਂ 2000 ਦਾ ਅੰਕੜਾ ਲੈ ਲੈਂਦੇ, ਚਲੋ ਉਦਾਹਰਨ ਦੇ ਲਈ 2000 ਦੇ ਰੇਟ ਅੰਦਰ ਮੰਡੀ 'ਤੇ ਵਿਕੂਗੀ। ਮੈਂ ਐਜ ਏ ਕਿਸਾਨ ਉੱਥੇ ਚੱਲਿਆ, ਉੱਥੇ ਮੈਨੂੰ ਜਦੋਂ ਜਾਊਂਗਾ ਸਾਰੀ ਪ੍ਰੋਸੀਡਿੰਗ ਦੇ ਵਿੱਚੋਂ ਦੀ ਲੰਘਣਾ ਪਊਗਾ, ਟਰਾਲੀ ਲਾਉਣੀ ਆ, ਝਾਰ ਲਵਾਉਣਾ, ਬਾਰਦਾਨਾ ਭਰਿਆ ਜਾਣਾ, ਤੋਲਿਆ ਜਾਣਾ, ਸਭ ਕੁਛ ਆ A to Z। ਤਾਂ ਇਹ ਗੇਟ 'ਤੇ ਖੜ੍ਹੇ ਨੇ ਜਿਹੜੇ ਵੱਡੇ ਘਰਾਣੇ ਨੇ, ਬਿਜ਼ਨਸਮੈਨ ਨੇ, ਆ ਗਏ ਇੱਕ ਮੰਡੀ ਇੱਕ ਦੇਸ਼ ਕਰਨ ਲਈ। ਤਾਂ ਇਹ ਕੀ ਕਹਿੰਦੇ ਨੇ ਵੀ ਤੁਸੀਂ ਅੰਦਰ ਜਾ ਕੇ ਕੀ ਕਰੋਗੇ ਕੁਲਵੀਰ ਜੀ, ਤੁਸੀਂ ਸਾਨੂੰ ਬਾਹਰ 2200 ਦਾ ਰੇਟ ਅਸੀਂ ਤੁਹਾਨੂੰ ਦਿੰਦੇ ਹਾਂ ਅਤੇ ਅਸੀਂ ਕੋਈ ਝਾਰ ਨਹੀਂ ਲਾਉਂਦੇ, ਕੁਛ ਨਹੀਂ, ਕਾਟ ਆ ਕਿਲੋ 2 ਕਿਲੋ ਦੀ ਟਰਾਲੀ ਜਿੰਨਾ ਕੁ ਫੂਸ ਆ ਉਹ ਕਰਕੇ ਮੌਕੇ 'ਤੇ ਤੁਹਾਨੂੰ ਮੌਕੇ 'ਤੇ ਹੀ ਫ੍ਰੀ ਕਰਦੇ। ਮੈਨੂੰ ਤਾਂ ਬੜਾ ਅੱਛਾ ਲੱਗੂਗਾ। ਆਮ ਕਿਸਾਨ ਨੂੰ ਤਾਂ ਸਮਝ ਹੀ ਨਹੀਂ ਆਣੀ ਗੱਲ ਇਹ। ਉਹ ਕਹੂਗਾ ਅੰਦਰ ਜਾ ਕੇ ਮੈਂ 2000 ਵੇਚਣ ਨਾਲੋਂ ਇੱਥੇ 2200 ਵੇਚ ਕੇ ਅੱਜ ਹੀ ਫ੍ਰੀ ਹੁੰਦਾ। ਉਹ ਚਲਾ ਗਿਆ। ਹੁਣ ਇਹਦਾ ਤੁਸੀਂ ਕਹੋਗੇ ਇਹ ਤਾਂ ਫਾਇਦਾ ਹੀ ਹੋਇਆ, ਨੁਕਸਾਨ ਕੀ ਹੋਇਆ? ਇਹਦਾ ਨੁਕਸਾਨ ਆਊਗਾ ਹੌਲੇ ਹੌਲੇ ਸਮੇਂ, ਜਦੋਂ ਇੱਦਾਂ 1 2 3 4 ਫਸਲਾਂ ਵਿਕ ਗਈਆਂ, ਫਿਰ ਸਰਕਾਰ ਦੇ ਹੱਥ ਖੜ੍ਹੇ ਆ, ਜਿਹੜਾ ਐਡਾ ਸੈਟਅਪ ਲਾਇਆ, ਮੰਡੀਕਰਨ ਬੋਰਡ ਦਾ ਸਿਸਟਮ ਹੈ, ਉਹਦੇ ਖਰਚੇ ਨੇ, ਉਹ ਪੂਰੇ ਨਹੀਂ ਹੋਣਗੇ, ਉਹ ਬੰਦ ਕਰ ਦੇਣੇ। ਹੁਣ ਹੋ ਗਈ ਮੰਡੀ ਬੰਦ। ਹੁਣ ਸੇਮ ਬਿਜ਼ਨਸਮੈਨ ਫਿਰ ਗੇਟ 'ਤੇ ਖੜ੍ਹਾ, ਉਹੀ ਕਹਿ ਰਿਹਾ ਕਿ ਹੁਣ ਮੈਂ ਜੀ ਮੰਡੀ MSP ਖਤਮ ਆ, ਸਰਕਾਰੀ ਆ ਜੀ, ਇਹ ਆ ਜੀ, ਉਹ ਆ ਜੀ, ਹੁਣ ਮੈਂ ਤੁਹਾਨੂੰ 1400 ਦੂੰਗਾ। ਤੁਸੀਂ ਕਹੋਗੇ 1400 ਕਿਵੇਂ ਵੀ? 2000 ਤਾਂ ਸਰਕਾਰੀ ਰੇਟ ਆ, ਅਸੀਂ ਤਾਂ ਸਰਕਾਰ ਨੂੰ ਵੇਚਾਂਗੇ। ਹੁਣ ਸਰਕਾਰ ਨੂੰ ਵੇਚੋਗੇ ਕਿੱਥੇ? ਸਰਕਾਰ ਵਾਲੀਆਂ ਮੰਡੀਆਂ ਤਾਂ ਤੁਸੀਂ ਆਪ ਖਤਮ ਕਰਦੀ, ਫਿਰ ਵੇਚੋਗੇ ਕਿੱਥੇ? ਫਿਰ ਵੇਚਣੀ ਮਜਬੂਰੀ 'ਚ ਉਹਨਾਂ ਨੂੰ ਹੀ ਪਊਗੀ। ਫਿਰ ਇਹਦੇ 'ਚ ਜਿਹੜਾ ਦੂਜਾ ਸਭ ਤੋਂ ਵੱਡੀ ਗੱਲ, ਇਹ ਕਹਿੰਦੇ ਅਸੀਂ MSP ਖਤਮ ਨਹੀਂ ਕੀਤੀ, ਕਿਤੇ ਉਹਨੂੰ ਲਿਖਿਆ ਵੀ ਨਹੀਂ ਗਿਆ ਐਕਟ ਦੇ ਵਿੱਚ ਵੀ MSP ਜਿਹੜੀ ਘੱਟ ਤੋਂ ਘੱਟ ਨਿਰਧਾਰਤ ਮੁੱਲ ਹੈ ਉਹ ਅਸੀਂ ਦੇਵਾਂਗੇ, ਕਿਤੇ ਲਿਖਿਆ ਨਹੀਂ ਗਿਆ। ਔਰ ਸਭ ਤੋਂ ਇੱਕ ਜਿਹੜੀ ਵੱਡਾ ਅੰਦੇਸ਼ੇ ਵਾਲੀ ਗੱਲ ਆ ਉਹ ਇਹ ਆ ਵੀ ਬੰਪਰ ਫਸਲ ਹੁੰਦੀ ਆ, ਜਿਵੇਂ ਹੁਣ ਕਿ ਜੀਰੀ ਦੀ ਫਸਲ ਆ, ਜਿਹੜੀ ਚੌਲ ਨੇ, ਇਹ ਬੜੀ ਬੰਪਰ ਫਸਲ ਆ, ਇਹਨੂੰ ਘਰੇ ਵੀ ਨਹੀਂ ਰੱਖ ਸਕਦੇ ਆਪਾਂ। ਇਹਦਾ ਸਰਕਾਰ ਵੱਲੋਂ ਜਦੋਂ ਲਿਆ ਜਾਂਦਾ ਸੀ, ਮੰਡੀਕਰਨ ਦੇ ਥਰੂ ਲਿਆ ਜਾਂਦਾ ਸੀ, ਤਾਂ ਇਹਦਾ ਦਾਣਾ ਦਾਣਾ ਚੱਕਣ ਦੀ ਗਰੰਟੀ ਹੁੰਦੀ ਸੀ। ਇਹ ਗਰੰਟੀ ਨਹੀਂ ਹੈ ਪ੍ਰਾਈਵੇਟ 'ਚ। ਉਹ ਕਹੇਗਾ ਠੀਕ ਆ ਮੈਨੂੰ 2 ਟਰਾਲੀਆਂ ਦੀ ਲੋੜ ਆ, ਤੇਰੀਆਂ 3 ਬਾਕੀ ਨੇ, ਘਰੇ ਲੈ ਜਾ ਵਾਪਸ। ਮੈਂ ਕੀ ਕਰੂੰਗਾ? ਕਿਸਾਨ ਕੀ ਕਰੂਗਾ? 2-3 ਕਿੱਲਿਆਂ ਵਾਲਾ, 4 ਕਿੱਲਿਆਂ ਵਾਲਾ ਉਹ ਕਿਸਾਨ ਕੀ ਕਰੇਗਾ ਅਤੇ ਕਿੱਥੇ ਜਾਵੇਗਾ? ਇਸ ਕਰਕੇ ਇਹ ਹੌਲੇ ਹੌਲੇ ਸਿਸਟਮ ਸਮਝ ਆਏਗਾ, ਜਿਹੜਾ ਕਿ ਬਿਲਕੁਲ ਤਬਾਹੀ ਵੱਲ ਲੈ ਕੇ ਜਾਵੇਗਾ ਸਾਰੇ ਵਰਗਾਂ ਨੂੰ, ਇਕੱਲੇ ਕਿਸਾਨ ਨੂੰ ਨਹੀਂ, ਆਮ ਲੋਕਾਂ 'ਤੇ ਬਹੁਤ ਵੱਡਾ ਪ੍ਰਭਾਵ ਪੈਣ ਜਾ ਰਿਹਾ। ਕੁਲਵੀਰ ਜੀ, ਤੁਸੀਂ ਸਾਨੂੰ ਜੋ ਇੱਕ ਦੇਸ਼ ਇੱਕ ਮੰਡੀ ਕਾਨੂੰਨ ਦੇ ਜੋ ਵਿਸਤਾਰ ਦੇ ਵਿੱਚ ਉਹਦੇ ਨੁਕਸਾਨ ਅਤੇ ਫਾਇਦੇ ਜੋ ਵਿਸਤਾਰ ਦੇ ਵਿੱਚ ਦੱਸਿਆ, ਹੁਣ ਆਪਾਂ ਜੋ ਦੂਜਾ ਕਾਨੂੰਨ ਹੈ ਐਗਰੀਮੈਂਟ, ਉਹਦੇ ਬਾਰੇ ਵੀ ਸਾਡੇ ਵਿਊਅਰਸ ਨੂੰ ਤੁਸੀਂ ਉਹਦੀ ਪੂਰੀ ਜਾਣਕਾਰੀ ਦਿਓ। ਦੂਸਰਾ ਜਿਹੜਾ ਹੈਗਾ ਜੀ, ਇਹ ਲੈ ਕੇ ਆਏ ਨੇ ਬਿੱਲ ਕਿ ਐਗਰੀਮੈਂਟ ਹੋਏਗਾ, ਕਿਸਾਨ ਆਪਣਾ ਜ਼ਮੀਨ ਦਾ ਠੇਕੇ ਦਾ ਐਗਰੀਮੈਂਟ ਕਿਸੇ ਵੱਡੇ ਘਰਾਣਿਆਂ ਨਾਲ, ਵੱਡੀਆਂ ਕੰਪਨੀਆਂ ਨਾਲ ਕਰ ਸਕੇਗਾ। ਉਹ ਹੈਗਾ ਜੀ, ਉਹ ਇਹਨਾਂ ਨੇ ਪ੍ਰੋਵੀਜ਼ਨ ਦਿੱਤੀ ਆ ਕਿ ਕੋਈ ਵੀ ਆ ਕੇ ਬਾਹਰੋਂ ਜਿਹੜਾ ਉਦਯੋਗਪਤੀ ਆ, ਉਹ ਤੁਹਾਡਾ 1 ਕਿੱਲਾ ਕੀ, 1 ਜ਼ਿਲ੍ਹਾ ਕੀ, ਉਹ ਕਿੰਨੀ ਥਾਂ ਨੂੰ ਮਤਲਬ ਠੇਕੇ 'ਤੇ, ਲੀਜ਼ 'ਤੇ, ਜਿਸ ਤਰ੍ਹਾਂ ਚਾਹੇ ਕਿਸਾਨ ਨਾਲ ਕੰਟਰੈਕਟ ਕਰ ਸਕਦਾ। ਪਰ ਮੈਂ ਇਹ ਕੰਟਰੈਕਟ ਫਾਰਮਿੰਗ ਅੱਗੇ ਜਾਵਾਂ, ਮੈਂ ਥੋੜ੍ਹੀ ਜਿਹੀ ਦੱਸਦਾ। ਇਹ ਆਪਣੇ ਜ਼ਿਲ੍ਹੇ 'ਚ ਹੀ ਫੇਲ ਹੋਈ ਆ, ਪਹਿਲਾਂ ਆਪਣੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੀ ਫੇਲ ਹੋਈ ਆ, ਕਿਉਂਕਿ ਚੰਨੋ ਇੱਕ ਫੈਕਟਰੀ ਆ ਪੈਪਸੀ, ਉਹ ਇੱਥੇ ਲੱਗੀ ਜੀ, ਬੜਾ ਰੌਲਾ ਪਿਆ ਜੀ। ਫਾਇਦਾ ਹੋਏਗਾ ਲੋਕਲਸ ਨੂੰ, ਕਿਉਂਕਿ ਚਿਪਸ ਬਣਾਉਣਗੇ, ਆਲੂ ਦੀ ਲੋੜ ਪਏਗੀ, ਸੌਸ ਬਣਾਉਣਗੇ, ਟਮਾਟਰ ਦੀ ਲੋੜ ਪਏਗੀ। ਪਰ ਉਹਨਾਂ ਨੇ ਜਦੋਂ ਫਸਲ ਆਈ, ਫਸਲ ਦੇ ਵਿੱਚ ਤੁਹਾਡੇ ਆਲੂ 'ਚ ਜੀ ਮਿੱਠਾ ਜ਼ਿਆਦਾ, ਤੁਹਾਡਾ ਜਿਹੜਾ ਟਮਾਟਰ ਉਹ ਖੱਟਾ ਜ਼ਿਆਦਾ, ਹੁਣ ਉਹ ਇੰਪੋਰਟ ਕਰਾਉਂਦੇ ਆ। ਇਹ ਚੀਜ਼ ਮਤਲਬ ਸਮਝਣ ਦੀ ਲੋੜ ਹੈ ਕਿ ਜਦੋਂ ਕੰਟਰੈਕਟ ਇੱਕ ਆਮ ਦੇਸੀ ਕਿਸਾਨ ਆ, ਕਿਰਤੀ ਆ, ਉਹਨੂੰ ਕੱਖ ਨਹੀਂ ਪਤਾ। ਇਹ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਆਮ ਜੇ ਬੰਦੇ ਨੂੰ ਕਹਿ ਦਿਓ ਵੀ ਤੁਸੀਂ ਕੁਸ਼ਤੀ ਲੜਨੀ ਆ ਅੰਡਰਟੇਕਰ ਨਾਲ, ਉਹ ਵੱਡੇ ਵੱਡੇ ਉਦਯੋਗਪਤੀ ਨੇ, ਬਿਜ਼ਨਸਮੈਨ ਨੇ, 100 ਸਲਾਹਕਾਰ ਨੇ, ਪੂਰੀਆਂ ਫੌਜਾਂ ਨੇ ਇਹਨਾਂ ਕੋਲ ਐਨਾਲਿਸਿਸ ਕਰਨ ਨੂੰ, ਪਰ ਉਹ ਜਦੋਂ ਇੱਕ ਆਮ ਕਿਸਾਨ ਨਾਲ ਕਰਨਗੇ ਉਹਦਾ ਪੱਖ ਕੀ? ਹੁਣ ਇੱਥੇ ਇੱਕ ਸਾਡਾ ਇੱਕ ਹੋਰ ਜਿਹੜਾ ਰਾਈਟ ਆ, ਇਕੁਐਲਿਟੀ ਬਿਫੋਰ ਲਾਅ, ਉਹ ਖਤਮ ਕਰਤਾ। ਅੱਗੇ ਕੀ ਹੁੰਦਾ ਸੀ, ਜੇ ਇਹੋ ਜਿਹੀ ਕੋਈ ਗੱਲ ਦੇ ਵਿੱਚ ਰੌਲਾ ਪੈਂਦਾ ਸੀ ਤਾਂ ਕਿਸਾਨ ਰੁਖ ਕਰਦਾ ਸੀ ਕੋਰਟ ਦਾ, ਕੋਰਟ ਵਾਲਾ ਪਾਸਾ ਹੀ ਖਤਮ ਕਰਤਾ। ਇਹ ਕਹਿੰਦੇ ਜੀ SDM ਲੈਵਲ 'ਤੇ, DC ਲੈਵਲ 'ਤੇ ਤੁਹਾਡੀ ਸੁਣਵਾਈ ਹੋਏਗੀ। ਹੁਣ SDM ਲੈਵਲ 'ਤੇ ਜਾਂ DC ਲੈਵਲ 'ਤੇ ਉਹ ਤਾਂ ਸਰਕਾਰਾਂ ਦੇ ਨੇ, ਜਿੱਧਰ ਨੂੰ ਮਤਲਬ ਉਹ ਸਰਕਾਰਾਂ ਕਹਿਣਗੀਆਂ ਉੱਧਰ ਉਹਨਾਂ ਦੇ ਫੈਸਲੇ ਹੋਣਗੇ। ਇਸ ਕਰਕੇ ਕਿਸਾਨਾਂ ਵਿਰੋਧੀ ਬਿਲਕੁਲ ਉਹਨਾਂ ਦੇ ਖਿਲਾਫ ਜਾਏਗਾ, ਕਿਉਂਕਿ ਇੱਥੇ 100 ਗੱਲਾਂ ਆਉਂਦੀਆਂ। ਅੱਜ ਤੁਹਾਡੇ ਨਾਲ ਕੰਟਰੈਕਟ ਹੋ ਗਿਆ, ਕੱਲ੍ਹ ਨੂੰ ਦਾਣੇ ਦੀ ਲੰਬਾਈ ਠੀਕ ਨਹੀਂ ਜੀ, ਰੇਸ਼ੇ ਦੀ ਜਿਹੜਾ ਕਪਾਹ ਦਾ ਰੇਸ਼ਾ ਉਹਦਾ ਚਮਕ ਠੀਕ ਨਹੀਂ ਹੈਗੀ ਜੀ, ਤੁਹਾਡੇ ਗੰਨੇ ਦੀ ਉਹ ਕੁਆਲਿਟੀ ਨਹੀਂ ਹੈਗੀ ਜੀ। 100 ਗੱਲਾਂ ਕਰਕੇ ਉਹਨੂੰ ਵੀ ਅਸੀਂ ਤਾਂ ਇੰਨਾ ਕੁ ਲਵਾਂਗੇ, ਇੰਨਾ ਕੁ ਨਹੀਂ ਲਵਾਂਗੇ, ਉਹ ਭਰੋਸੇਯੋਗਤਾ ਹੈ ਨਹੀਂ। ਔਰ ਸਭ ਤੋਂ ਜਿਹੜੀ ਉਹਦੇ 'ਚ ਵੱਡੀ ਗੱਲ ਆ, ਉਹ 'ਚ MSP ਕਿਤੇ ਨਹੀਂ ਹੈ ਕਿ ਉਹ ਕੰਟਰੈਕਟ ਜਿਹੜਾ ਹੋ ਰਿਹਾ ਉਹ MSP 'ਤੇ ਹੋ ਰਿਹਾ। ਹੁਣ ਇਹਦਾ ਜਿਹੜਾ ਦੂਜਾ ਨੁਕਸਾਨ ਹੋਣਾ ਉਹ ਇਹ ਹੋਣਾ ਕਿ ਅੱਜ ਮੰਨ ਲਓ 50,000 ਦਾ ਠੇਕਾ, 60,000 ਦਾ ਠੇਕਾ ਆਮ ਕਿਸਾਨ ਜ਼ਮੀਨ ਦੇ ਰਿਹਾ ਠੇਕੇ 'ਤੇ, ਤਾਂ ਉਹ ਕੀ ਕਰਨਗੇ? ਆਉਂਦੇ ਹੀ ਅਸੀਂ ਲੱਖ ਰੁਪਏ ਦਿੰਦੇ ਜੀ,
ਤਾਂ ਮੈਂ ਜ਼ਾਹਿਰ ਆਮ ਜਿਹੜਾ ਠੇਕੇ ਦਿੰਦਾ ਉਹ ਲੱਖ ਰੁਪਏ ਵਾਲੇ ਨੂੰ ਪ੍ਰਾਇੋਰਟੀ ਦੇਗਾ। ਤਾਂ ਜਦੋਂ ਉਹ 3-4 ਸਾਲ ਇੱਦਾਂ ਚੱਲ ਗਏ, ਜਿਹੜੇ ਠੇਕੇ 'ਤੇ ਲੈਂਦੇ ਨੇ ਉਹਨਾਂ ਕੋਲ ਕੀ ਆ, ਕੁਛ ਵੀ ਨਹੀਂ, ਸੰਦ ਨੇ, ਟਰੈਕਟਰ ਵਾਲੇ ਸੰਦ ਨੇ, ਉਹ ਵਿਚਾਰੇ ਕਿਰਤੀ ਟਾਈਪ ਲੋਕ ਨੇ। ਉਹਨਾਂ ਕੋਲ ਫਿਰ ਜਦੋਂ ਕੋਈ ਧੰਦਾ ਨਹੀਂ ਹੋਏਗਾ, ਉਹ ਬੰਧੂਆ ਮਜ਼ਦੂਰੀ ਕਰਨ ਲਈ ਇਹਨਾਂ ਕੋਲ ਹੀ ਆਉਣਗੇ ਅਤੇ ਆਪਣਾ ਸਮਾਨ ਵੇਚ ਦੇਣਗੇ। ਜਦੋਂ ਠੇਕੇ ਲੈਣ ਵਾਲੀਆਂ ਫਰਮ, ਉਹ ਜਿਹੜੇ ਕਿਸਾਨ ਸੀਗੇ, ਕਿਰਤੀ ਸੀਗੇ, ਉਹ ਖਤਮ ਹੋ ਗਏ, ਫਿਰ ਇਹ ਕਹਿਣਗੇ ਜੀ ਆਹੀ 1 ਲੱਖ ਵਾਲਾ ਠੇਕਾ ਅਸੀਂ 30,000 'ਚ 20,000 'ਚ ਲਵਾਂਗੇ। ਹੁਣ ਸਾਡੇ ਕੋਲ ਠੇਕੇ ਵਾਲੇ ਹੈ ਨਹੀਂ, ਚਲੇ ਗਏ। ਜਿਵੇਂ ਅਸੀਂ ਪਹਿਲਾਂ ਮੰਡੀਕਰਨ ਦੀ ਗੱਲ ਕੀਤੀ ਆ, ਉਹ ਖਤਮ ਕਰਕੇ ਮਰਜ਼ੀ 'ਤੇ ਖਰੀਦਣਗੇ, ਉਸੇ ਤਰ੍ਹਾਂ ਫਿਰ ਮਰਜ਼ੀ 'ਤੇ ਇਹ ਠੇਕੇ 'ਤੇ ਲੈਣਗੇ। ਔਰ ਇਹ 'ਚ ਇੱਕ ਹੋਰ ਵੱਡੀ ਗੱਲ ਆ, ਛੋਟੇ ਕਿਸਾਨਾਂ ਤੋਂ ਲਈ 15% ਜਿਹੜੇ ਵੱਡੇ ਕਿਸਾਨ ਨੇ, ਜੇ ਉਹਨਾਂ ਦੇ ਖੇਤ ਨਾਲ ਲੱਗਦੇ ਨੇ, ਇਹਦੇ 'ਚ ਉਹਨਾਂ ਨੂੰ ਅਲਟਰ ਕਰਨ ਦਾ ਵੀ ਪੂਰਾ ਰਾਈਟ ਦਿੱਤਾ ਗਿਆ ਕਿ ਤੁਸੀਂ ਉਹਦੀ ਸ਼ੇਪ ਚੇਂਜ ਕਰ ਸਕਦੇ ਹੋ। ਉੱਥੇ ਮਤਲਬ ਕਿਸੇ ਵੀ ਤਰ੍ਹਾਂ ਦਾ ਤੁਸੀਂ ਉਹਦੇ ਸ਼ੈੱਡ ਬਣਾ ਸਕਦੇ ਹੋ, ਜਾਂ ਤੁਸੀਂ ਉਹਦੇ 'ਚ ਟੋਆ ਪੱਟ ਕੇ ਮੱਛੀਆਂ ਰੱਖ ਸਕਦੇ ਹੋ। ਨਾਲ ਵਾਲੇ ਕਿਸਾਨ ਨੂੰ ਅਗਰ ਕੋਈ ਨੁਕਸਾਨ ਹੁੰਦਾ, ਉਹਦੇ ਲਈ ਕਾਨੂੰਨੀ ਰਾਹ ਪਹਿਲਾਂ ਹੀ ਬੰਦ ਕਰਤਾ। ਸੋ ਇਸ ਤਰ੍ਹਾਂ ਇਹ ਕੰਟਰੈਕਟ ਫਾਰਮਿੰਗ ਦਾ ਜਿਹੜਾ ਸਿਸਟਮ ਕੱਢਿਆ, ਇਹ ਵੀ ਬੜਾ ਘਾਤਕ ਸਿੱਧ ਹੋਏਗਾ। ਜੇ ਕਿਸਾਨ ਐਗਰੀਮੈਂਟ ਕੀਤੇ ਹੋਏ ਨੂੰ ਬਚਾ ਲਓ ਤੋੜਨਾ ਚਾਹੁੰਦਾ ਹੈ, ਤਾਂ ਕਿਸਾਨ ਲਵੇ ਹੱਕ ਹੋਣਗੇ ਉਸ ਐਗਰੀਮੈਂਟ ਨੂੰ ਤੋੜਨ ਦੇ? ਦੇਖੋ, ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ, ਖਾਣ ਵਾਲੇ ਹੋਰ। ਤੁਹਾਨੂੰ ਕਹਿ ਤਾਂ ਦਿੱਤਾ ਜਾਂਦਾ, ਜਦੋਂ ਪ੍ਰਲੋਭਨ ਦੇ ਕੇ ਸ਼ੁਰੂਆਤ, ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਸਕੀਮਾਂ ਦੇਖਦੇ ਹਾਂ ਜਿਹੜੀਆਂ ਚੱਲਦੀਆਂ ਨੇ, ਆਮ ਮਾਰਕੀਟ 'ਚ ਵੀ ਚੱਲਦੇ ਰਹਿੰਦੇ ਨੇ। ਇਹ ਵੱਡੇ ਲੈਵਲ ਦਾ ਸਿਸਟਮ ਆ, ਇੱਥੇ ਵੀ ਹੋਏਗਾ ਕਿ ਤੁਹਾਨੂੰ ਪੂਰੀ ਪਾਵਰ ਹੈ ਜੀ, ਤੁਸੀਂ ਤੋੜ ਸਕਦੇ ਹੋ, ਤੁਸੀਂ ਜਾ ਸਕਦੇ ਹੋ। ਪਰ ਫਰਿਆਦ ਕਿਸ ਕੋਲ ਕਰੇਗਾ? ਫਰਿਆਦ ਉਸੇ ਸਰਕਾਰ ਕੋਲ, ਉਸੇ ਬਿਜ਼ਨਸਮੈਨ ਕੋਲ ਕਰਨੀ ਪਏਗੀ, ਕਿਉਂਕਿ ਜਿਹੜਾ ADC ਆ, ਜਿਹੜਾ DC ਆ, ਜਿਹੜਾ SDM ਆ, ਉਹ ਸਰਕਾਰ ਦੇ ਪ੍ਰਭਾਵ ਤੋਂ ਮੁਕਤ ਹੋ ਹੀ ਨਹੀਂ ਸਕਦੇ ਜਿਹੜੀ ਵੀ ਮੌਜੂਦਾ ਸਰਕਾਰ ਹੋਏਗੀ। ਸੋ ਇਹ ਕੰਟਰੈਕਟ ਜਿਹੜਾ ਹੋਣਾ, ਇਹ ਫਿਰ ਉਹਨਾਂ ਦੀ ਮਰਜ਼ੀ ਦੇ ਮੁਤਲਕ ਪਹਿਲਾਂ ਫਿਕਸ ਹੋਣਾ, ਉਹਨਾਂ ਦੀ ਮਰਜ਼ੀ ਦੇ ਮੁਤਲਕ ਹੀ ਇਹ ਖਤਮ ਹੋਣਾ। ਕਿਸਾਨ ਦੀ ਜਾਂ ਮਜ਼ਦੂਰ ਦੀ ਇਹਦੇ 'ਚ ਨਹੀਂ ਚੱਲਣੀ। ਮੈਂ ਇੱਥੇ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਕਿ ਜਿਹੜੇ ਇਹ ਕੰਟਰੈਕਟ 'ਤੇ ਲੈਣਗੇ ਏਰੀਏ, ਉੱਥੇ ਵੀ ਬੜਾ ਸਿਸਟਮ ਹੈ। ਇਹਨਾਂ ਨੇ ਕਿਹਾ ਕਿ ਜਦੋਂ 300 ਮਜ਼ਦੂਰ ਹੋ ਗਿਆ, ਉੱਥੇ ਫਿਰ ਕੋਈ ਸਰਕਾਰ ਦੀ ਪਰਮਿਸ਼ਨ ਦੀ ਲੋੜ ਪੈਣੀ ਆ। ਇਹਨਾਂ ਨੇ ਵੀ ਫਿਰ ਉਹਦਾ ਵਾਇਆ ਮੀਡੀਆ ਕੱਢ ਲੈਣਾ ਕਿ 250 ਰੱਖੋ, ਕਿਸੇ ਨੂੰ ਕੱਢ ਲਿਆ, ਕਿਸੇ ਨੂੰ ਭਜਾਤਾ। ਜਿਹੜਾ ਕਿ ਆਮ ਕਿਸਾਨ ਹੋਵੇ, ਚਾਹੇ ਕਿਰਤੀ ਹੋਵੇ, ਕਰਨਗੇ ਤਾਂ ਖੇਤੀ ਉਹੀ। ਕਿਉਂਕਿ ਹੁਣ ਦੇਖੋ, ਕਿਸੇ ਨੇ ਕੰਟਰੈਕਟ 'ਤੇ ਜ਼ਮੀਨ ਇਹਨਾਂ ਨੂੰ ਦੇਤੀ, ਨਾਲ ਵਾਲੀ ਜ਼ਮੀਨ ਆਮ ਕਿਸਾਨ ਕਰਦਾ, ਤੁਸੀਂ ਕਰਦੇ ਹੋ, ਮੈਂ ਕਰਦਾ, ਸਾਡਾ ਡਿਸਪਿਊਟ ਹੋ ਗਿਆ। ਅਸੀਂ ਤਾਂ ਆਮ ਡਿਸਪਿਊਟ ਇੱਕ ਦੂਜੇ ਨਾਲ ਨਿਬੇੜਦੇ ਹਾਂ ਸਾਹਮਣੇ ਜਾ ਕੇ ਵੀ ਹਾਂ 100 ਸਾਡੀਆਂ ਸੰਘਾਂ ਨੇ, 100 ਪੰਚਾਇਤਾਂ ਨੇ, 100 ਅਫਸਰਦਾਰੀ ਆ, ਜ਼ਿੰਦਗੀ 'ਚ ਬੈਠੇ ਹਾਂ। ਹੁਣ ਅਸੀਂ ਜਾਵਾਂਗੇ ਕਿਹਦੇ ਕੋਲ? ਅਡਾਨੀ ਦੇ ਘਰੇ ਤਾਂ ਜਾਵਾਂਗੇ ਨਹੀਂ, ਕਿਸੇ ਬਿਜ਼ਨਸਮੈਨ ਦੇ ਘਰੇ ਤਾਂ ਜਾਵਾਂਗੇ ਨਹੀਂ। ਅਸੀਂ ਤਾਂ ਉਸ ਜ਼ਮੀਨ 'ਤੇ ਜਾਵਾਂਗੇ, ਜਿਸ ਜ਼ਮੀਨ 'ਤੇ ਅਸੀਂ ਜਾਵਾਂਗੇ ਉੱਥੇ ਇਹਨਾਂ ਦਾ ਉਹ ਬੰਧੂਆ ਮਜ਼ਦੂਰ, ਉਹ ਸਾਡੇ ਵਰਗਾ ਕੋਈ ਕਿਰਤੀ ਕਿਸਾਨ ਹੀ ਹੋਵੇਗਾ। ਉਹ ਕਹੇਗਾ ਵੀ ਮੈਂ ਤਾਂ ਬਾਈ ਜੀ 20,000 ਦੀ ਨੌਕਰੀ 'ਤੇ ਕੰਮ ਕਰਦਾ, ਮੈਨੂੰ ਕੀ ਕਹਿਣੇ, ਉਹ ਮਾਲਕਾਂ ਨੂੰ ਜਾ ਕੇ ਕਹੋ। ਹੁਣ ਕੁਲਵੀਰ ਜੀ, ਇੱਕ ਐਗਜ਼ਾਮਪਲ ਦੇ ਤੌਰ 'ਤੇ ਮੈਂ ਇੱਕ ਤੁਹਾਡੇ ਨਾਲ ਗੱਲ ਕਰਦਾ। ਇੱਕ ਕਿਸਾਨ ਨੇ ਐਗਰੀਮੈਂਟ ਕਰ ਲਿਆ ਆਪਣੀ ਜ਼ਮੀਨ ਦਾ, 30 ਸਾਲ ਦਾ ਐਗਰੀਮੈਂਟ ਕਰ ਲਿਆ ਮੰਨ ਲਓ, ਅਤੇ 30 ਸਾਲ ਬਾਅਦ ਉਹ ਆਪਣੀ ਜ਼ਮੀਨ ਇਹਨਾਂ ਪ੍ਰਾਈਵੇਟ ਘਰਾਣਿਆਂ ਤੋਂ ਵਾਪਸ ਲੈਣਾ ਚਾਹੁੰਦਾ ਹੈ, ਤਾਂ ਕੀ ਉਹਦਾ ਲੀਗਲ ਪ੍ਰੋਸੈਸ ਕੀ ਹੋਊਗਾ? ਇਸ ਕਾਨੂੰਨ ਦੇ ਵਿੱਚ ਜਿਹੜਾ ਕੰਟਰੈਕਟ ਫਾਰਮਿੰਗ ਹੈ, ਉਹਦੇ ਵਿੱਚ ਇਹਨਾਂ ਨੇ ਕਲੀਅਰ ਕੀਤਾ ਕਿ ਜੀ ਜਿਹੜਾ ਵੀ ਇਸ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਕੋਈ ਵਿਵਾਦ ਹੁੰਦਾ, ਉਹ ਅਦਾਲਤਾਂ ਦੇ ਵਿੱਚ ਨਹੀਂ, ਉਹ SDM ਲੈਵਲ 'ਤੇ ਉਸ ਦੀ ਅਪੀਲ ਅੱਗੇ DC ਲੈਵਲ 'ਤੇ ਸੁਣੀ ਜਾਏਗੀ। ਤੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਜਿਹੜਾ DC ਜਾਂ SDM ਦਾ ਲੈਵਲ ਆ, ਉਹ ਆਪਾਂ ਨੂੰ ਪਤਾ ਕਿਹਦੇ ਪ੍ਰਭਾਵ ਥੱਲੇ ਹੁੰਦੇ ਆ, ਉਹ ਸਰਕਾਰੀ ਪ੍ਰਭਾਵ ਦੇ ਥੱਲੇ ਹੁੰਦੇ ਆ। ਜਦੋਂ ਸਰਕਾਰਾਂ ਇਹਨਾਂ ਬਿਜ਼ਨਸਮੈਨਾਂ ਦੇ ਪਿੱਛੇ ਖੜੀਆਂ ਨੇ, ਫਿਰ ਕਿਸਾਨ ਨੂੰ ਉੱਥੋਂ ਕੋਈ ਨਿਆਂ ਮਿਲਣ ਦੀ ਕੋਈ ਉਮੀਦ ਨਹੀਂ ਹੈ। ਕਾਨੂੰਨੀ ਪੱਖ ਇਹਨਾਂ ਨੇ ਕੋਰਟ 'ਚ ਜਾਣ ਦਾ ਖੋਲ੍ਹਿਆ। ਉਹ ਚਾਹੇ ਅੱਜ ਕੋਈ ਝਗੜਾ ਹੋ ਜੇ, ਵੈਰੀ ਫਸਟ ਡੇ ਕੰਟਰੈਕਟ ਦੇ ਵਿੱਚ ਬਹੁਤ ਬਰੀਕ ਲਾਈਨਾਂ ਦੇ ਵਿੱਚ ਸਬ ਸੈਕਸ਼ਨ, ਅੱਗੇ ਸਬ ਸੈਕਸ਼ਨ, ਬਹੁਤ ਕੁਛ ਹੁੰਦਾ ਜਿਹੜਾ ਆਮ ਕਿਸਾਨ, ਆਮ ਕਿਰਤੀ ਦੇ ਸਮਝ 'ਚ ਨਹੀਂ ਆਉਣਾ। ਅਤੇ ਉਹ ਜਦੋਂ ਸਮਝ ਆਉਣਾ, ਜੇ ਉਹ ਚਲਾ ਵੀ ਗਿਆ, ਤਾਂ ਉਹਦੇ ਲਈ ਸਪੈਸ਼ਲ ਕੋਰਟਾਂ ਨੇ ਜਿਹੜੀਆਂ ਮੈਂ ਦੱਸ ਚੁੱਕਿਆ ਕਿ SDM ਲੈਵਲ 'ਤੇ ਔਰ DC ਲੈਵਲ 'ਤੇ ਨੇ, ਔਰ ਜੋ ਪ੍ਰਭਾਵ ਤੋਂ ਮੁਕਤੀ ਨਹੀਂ ਹੋ ਸਕਦੀਆਂ, ਰਾਜਨੀਤਿਕ ਪ੍ਰਭਾਵ ਤੋਂ ਮੁਕਤੀ ਨਹੀਂ ਹੋ ਸਕਦੀਆਂ। ਜਿਹੜਾ ਦੂਜਾ ਪਾਸਾ ਸੀਗਾ ਕੋਰਟ ਵਾਲਾ, ਕਚਹਿਰੀ ਦੇ ਵਿੱਚ ਜਾਣਾ, ਉਹ ਇਹਨਾਂ ਨੇ ਖਤਮ ਕਰ ਦਿੱਤਾ। ਇੱਕ ਸਵਾਲ ਹੋਰ ਮੇਰੇ ਦਿਮਾਗ ਦੇ ਵਿੱਚ ਆ ਰਿਹਾ। ਮੰਨ ਲਓ ਇੱਕ ਪ੍ਰਾਈਵੇਟ ਘਰਾਣੇ ਨੇ ਕਿਸੇ ਕਿਸਾਨ ਦੀ ਫਸਲ ਲੈ ਲਿੱਤੀ, ਉਸ ਤੋਂ ਬਾਅਦ ਜੋ ਉਹਦੇ ਬਣਦੇ ਹੱਕ ਨੇ, ਜੋ ਉਹਦੀ ਪੇਮੈਂਟ ਬਣਦੀ ਹੈ, ਅਤੇ ਉਹ ਉਹਨੂੰ ਨਹੀਂ ਮਿਲ ਰਹੀ, ਉਹ ਮੁੱਕਰ ਜਾਂਦਾ। ਪ੍ਰਾਈਵੇਟ ਅਦਾਰਿਆਂ ਦੇ ਵਿੱਚ ਹੈ, ਕੁਝ ਵੀ ਹੋ ਸਕਦਾ, ਤਾਂ ਫਿਰ ਕੀ ਇਹਦਾ ਪਹਿਲੂ ਕੀ ਜਾਊਗਾ? ਦੇਖੋ, ਇਹ ਤਾਂ ਬੜਾ ਜ਼ਿਆਦਾ ਮਤਲਬ ਸਰਕਾਰ ਨੇ ਹਨੇਰੇ 'ਚ ਰੱਖਿਆ ਹੋਇਆ ਸਿਸਟਮ ਹੈ। ਜਿਵੇਂ ਇਹ ਕਹਿੰਦੇ ਅਸੀਂ MSP ਨਹੀਂ ਖਤਮ ਕੀਤੀ, ਉਹਨੂੰ ਕਿਤੇ ਲਾਗੂ ਵੀ ਨਹੀਂ ਕੀਤਾ ਹੋਇਆ, ਕਿਤੇ ਦੱਸਿਆ ਨਹੀਂ ਹੋਇਆ। ਸੇਮ ਐਜ਼ ਇਟ ਇਜ਼ ਇਹਦੇ ਰਕਮ ਦੇ ਬਾਰੇ ਕੁਛ ਨਹੀਂ ਦੱਸਿਆ ਹੋਇਆ। ਹਾਂ, ਤੁਸੀਂ ਅਗਰ ਤੁਹਾਡਾ ਕੋਈ ਵਿਵਾਦ ਹੁੰਦਾ, ਕੰਟਰੈਕਟਿੰਗ ਜਿਹੜੀ ਫਾਰਮਿੰਗ ਹੋਣੀ ਹੈ, ਜੇ ਕੰਟਰੈਕਟ 'ਤੇ ਠੇਕੇ ਲੈ ਲਿਆ ਕੇ, ਤਾਂ ਉਹਦੇ ਵਿੱਚ ਚਾਹੇ ਉਹ ਪੇਮੈਂਟ ਦਾ ਮਸਲਾ ਹੋਵੇ, ਚਾਹੇ ਫਸਲ ਦਾ ਮਸਲਾ ਹੋਵੇ, ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਉਹ ਇੱਕ SDM ਲੈਵਲ 'ਤੇ ਔਰ ਇੱਕ
ਡੀਸੀ ਲੈਵਲ ਤੇ ਹੀ ਕਮੇਟੀ ਬਣੇਗੀ ਜਿਹੜਾ ਉਹਦਾ ਨਿਵਾਰਨ ਕਰੇਗੀ। ਉਹ ਤਾਂ ਹਮੇਸ਼ਾ ਹੀ ਹੁੰਦਾ ਆਇਆ ਕਿ ਉਹ ਫਿਰ ਤਕੜੇ ਦੇ ਪੈਰ 'ਚ ਪੈਰ ਧਰਿਆ ਜਾਂਦਾ, ਮਾੜੇ ਨੂੰ ਕੋਈ ਨਹੀਂ ਪੁੱਛਦਾ। ਜਿਹੜਾ ਇੱਕ ਕਾਨੂੰਨੀ ਪੱਖ ਆ, ਜਿਹੜਾ ਸਾਨੂੰ ਸੰਵਿਧਾਨ ਹੱਕ ਦਿੰਦਾ, ਇਕੁਐਲਿਟੀ ਬਿਫੋਰ ਲਾਅ, ਅਸੀਂ ਅਦਾਲਤਾਂ ਦਾ ਦਰਵਾਜ਼ਾ ਖੜਕਾਈਏ। ਅੱਜ ਵੀ ਤੁਸੀਂ ਦੇਖ ਲਵੋ, ਲੋਕਾਂ ਦਾ ਸਰਕਾਰਾਂ ਤੋਂ ਭਰੋਸਾ ਉੱਠ ਗਿਆ, ਲੋਕਾਂ ਦਾ ਪ੍ਰਸ਼ਾਸਨਾਂ ਤੋਂ ਭਰੋਸਾ ਉੱਠ ਗਿਆ, ਪਰ ਕਾਨੂੰਨ ਤੇ ਭਰੋਸਾ ਹਲੇ ਵੀ ਕਾਇਮ ਆ। ਅਗਲਾ ਕਹਿੰਦਾ ਮੈਂ ਤੈਨੂੰ ਕੋਰਟ 'ਚ ਦੇਖ ਲਾਂਗਾ, ਉਹ ਕੋਰਟ ਜਾਣ ਵਾਲਾ ਤਾਂ ਪਾਸਾ ਹੀ ਖਤਮ ਕਰਤਾ। ਅਤੇ ਕਿਸਾਨ ਕਿਰਤੀ ਵਿਚਾਰੇ ਵੈਸੇ ਹੀ ਗਰੀਬ ਉਹ ਹੁੰਦੇ ਨੇ, ਅਤੇ ਉਹਨਾਂ ਕੋਲ ਇੰਨਾ ਅਫੋਰਡ ਕਰਨ ਦਾ ਸਿਸਟਮ ਨਹੀਂ ਹੁੰਦਾ। ਇੱਕ ਪਾਸੇ ਉਦਯੋਗਿਕ ਘਰਾਣਾ ਖੜਾ, ਇੱਕ ਪਾਸੇ ਗਰੀਬ ਕਿਸਾਨ ਖੜਾ, ਕਿਹਦੀ ਸੁਣੀ ਜਾਏਗੀ? ਤਾਂ ਜੱਗ ਜ਼ਾਹਿਰ ਹੈ ਗੱਲ। ਔਰ ਇਹ ਇਕੱਲਾ ਇਹ ਨਹੀਂ ਕਿ ਅਸੀਂ ਇੱਥੇ ਹੋਣਾ ਐਕਸਪੈਰੀਮੈਂਟ ਕਰਕੇ ਦੇਖਣਾ, ਇਹ ਤਾਂ ਐਕਸਪੈਰੀਮੈਂਟ 50-60 ਸਾਲਾਂ ਦੇ ਚੱਲ ਰਹੇ ਨੇ ਸਾਰੇ ਕੰਟਰੀਜ਼ ਦੇ ਵਿੱਚ। ਸਾਡੇ ਖੁਦ ਦੇ ਬਿਹਾਰ ਦੇ ਵਿੱਚ 2006 ਤੋਂ ਚੱਲ ਰਹੇ ਨੇ। ਔਰ ਜਿਹੜਾ ਬੁਰੀ ਤਰ੍ਹਾਂ ਫੇਲ ਸਿਸਟਮ ਉਹ ਲਿਆ ਕੇ ਸਾਡੇ ਪੰਜਾਬ 'ਤੇ ਥੋਪ ਦਿੱਤਾ, ਹਰਿਆਣੇ 'ਤੇ ਥੋਪ ਦਿੱਤਾ, ਜਿਹੜਾ ਕਿ ਬਿਲਕੁਲ ਗਲਤ ਹੈ। ਕੁਲਵੀਰ ਜੀ, ਕੰਟੈਕਟ ਫਾਰਮਿੰਗ ਬਾਰੇ ਵੀ ਤੁਸੀਂ ਬਹੁਤ ਵਧੀਆ ਜੋ ਜਾਣਕਾਰੀ ਸਾਡੇ ਵਿਊਅਰਸ ਨੂੰ ਦਿੱਤੀ। ਅਤੇ ਹੁਣ ਆਪਾਂ ਆ ਜਾਂਦੇ ਹਾਂ ਨੰਬਰ ਆਫ 3 ਬਿੱਲ ਜੋ ਹੈਗਾ, ਉਹਦੇ ਵਾਸਤੇ ਤੁਸੀਂ ਕੀ ਮਤਲਬ ਜਾਣਕਾਰੀ ਦੇਣਾ ਚਾਹੋਗੇ? ਜਿਹੜਾ ਤੀਜਾ ਬਿੱਲ ਆ, ਇਹ ਤਿਆਰ ਨਹੀਂ ਇਹਨਾਂ ਨੇ ਕੀਤਾ। ਇਹ 1955 ਦੇ ਵਿੱਚ ਬਣਿਆ ਸੀ, ਜ਼ਰੂਰੀ ਵਸਤਾਂ ਦਾ ਜਿਹੜਾ ਬਿੱਲ ਸੀਗਾ, ਉਹਦੇ ਵਿੱਚ ਸੋਧ ਕੀਤੀ ਆ। ਉਦੋਂ ਦਿੱਕਤ ਕੀ ਸੀਗੀ? ਉਦੋਂ ਦਿੱਕਤ ਇਹ ਸੀਗੀ, ਸਾਡੇ ਦੇਸ਼ ਵਿੱਚ ਅੰਨ ਭੰਡਾਰਨ ਦੀ ਸਮੱਸਿਆ ਸੀਗੀ। ਸਾਡਾ ਦੇਸ਼ ਆਪਣੇ ਲੈਵਲ 'ਤੇ ਉਹਨਾਂ ਅਨਾਜ ਪੈਦਾ ਨਹੀਂ ਕਰ ਸਕਦਾ ਸੀ ਜਿੰਨੇ ਦੀ ਲੋੜ ਸੀਗੀ, ਤਾਂ ਸਾਨੂੰ ਬਾਹਰਲੇ ਮੁਲਕਾਂ 'ਚੋਂ ਮੰਗਵਾਉਣਾ ਪੈਂਦਾ ਸੀ। ਉਹਦੇ ਨਾਲ ਹੀ ਇੱਕ ਕਾਨੂੰਨ ਬਣਿਆ ਸੀ ਇਹ ਵੀ ਕਿ ਜਿਹੜੇ ਜ਼ਰੂਰੀ ਵਸਤਾਂ ਨੇ, ਘਰੇਲੂ ਵਸਤਾਂ, ਅਨਾਜ, ਤੇਲ, ਆਲੂ, ਪਿਆਜ਼, ਇਹ ਜਿਹੜੀਆਂ ਜ਼ਰੂਰੀ ਵਸਤਾਂ, ਅਤ ਜ਼ਰੂਰੀ ਵਸਤਾਂ ਦੋਨੇ ਸ਼੍ਰੇਣੀ 'ਚ, ਉਹਨਾਂ ਦੇ ਭੰਡਾਰਨ 'ਤੇ ਇੱਕ ਸੀਮਾ ਨਿਰਧਾਰਿਤ ਕਰਤੀ ਸੀ ਕਿ ਉਹਨਾਂ ਨੂੰ ਤੁਸੀਂ ਸਟਾਕ ਕਰਕੇ ਕਿੰਨਾ ਕੁ ਰੱਖ ਸਕਦੇ ਹੋ। ਹਰੇਕ ਨੂੰ ਲਾਇਸੈਂਸ ਮਿਲਦਾ ਸੀ। ਲਾਇਸੈਂਸ ਦੇ ਅਧੀਨ ਉਹ ਜਿਹੜੀ ਉਹਨੂੰ ਇੱਕ ਸੀਮਾ ਦਿੱਤੀ ਜਾਂਦੀ ਸੀ, ਉਹਦੇ ਅਧੀਨ ਉਹ ਪਿਆਜ਼, ਆਲੂ ਜੋ ਵੀ ਉਹ ਵਪਾਰ ਕਰਦਾ ਸੀ, ਉਹਦਾ ਭੰਡਾਰ ਕਰਕੇ ਰੱਖ ਸਕਦਾ ਸੀ। ਉਸ ਤੋਂ ਵੱਧ ਕਰਦਾ ਸੀ ਤਾਂ ਗੈਰ ਕਾਨੂੰਨੀ, ਜਿਹਨੂੰ ਪੰਜਾਬੀ 'ਚ ਕਹਿੰਦੇ ਕਾਲਾ ਬਾਜ਼ਾਰੀ ਹੁੰਦੀ ਸੀ, ਕਾਲਾ ਬਾਜ਼ਾਰੀ ਦੇ ਪਰਚੇ ਉਹਨਾਂ ਦੇ ਦਰਜ ਹੁੰਦੇ ਸੀ। ਤਾਂ ਫਿਰ ਦੂਸਰੇ, ਮੈਂ ਪਹਿਲਾਂ ਹੀ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਅਰਾ ਲੱਗਿਆ, ਅਤੇ ਅੱਜ ਦੀ ਸਥਿਤੀ ਇਹ ਹੋ ਗਈ ਕਿ ਇਹ ਕਹਿ ਰਹੇ ਨੇ ਹੁਣ ਇਸ ਕਾਨੂੰਨ ਦੇ ਵਿੱਚ ਆ ਕੇ ਕਿ ਸਾਡੇ ਕੋਲ ਹੁਣ ਅਨਾਜ ਦੀ ਬਹੁਤਾਤ ਹੋ ਗਈ। ਹੁਣ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਦੀ ਬਹੁਤਾਤ ਹੋ ਗਈ। ਇਹ 'ਚ ਵੀ ਪ੍ਰਾਈਵੇਟ ਸੈਕਟਰ ਨੂੰ ਲਿਆਂਦਾ ਜਾਵੇ ਤਾਂ ਜੋ ਭੰਡਾਰਨ ਆਮ ਕਿਸਾਨ ਨਹੀਂ ਕਰ ਸਕਦਾ, ਕੋਲਡ ਸਟੋਰ ਨਹੀਂ ਬਣਾ ਸਕਦਾ, ਉਹ ਭੰਡਾਰਨ ਲਈ ਵੱਡੇ ਵੱਡੇ ਕੋਲਡ ਸਟੋਰਸ, ਵੱਡੇ ਵੱਡੇ ਸਟੋਰਸ ਬਣਾ ਕੇ ਜ਼ਰੂਰੀ ਵਸਤਾਂ, ਅਤ ਜ਼ਰੂਰੀ ਵਸਤਾਂ, ਇਹਨਾਂ ਸਾਰੀਆਂ ਦਾ ਭੰਡਾਰਨ ਕਰਨ ਅਤੇ ਵਿਤਰਨ ਕਰਨ। ਯਾਨੀ ਮੈਂ ਸਿੱਧਾ ਕਹਾਂ ਵੀ ਕਾਲਾ ਬਾਜ਼ਾਰੀ ਨੂੰ ਹੁਣ ਲੀਗਲਾਈਜ਼ ਕਰ ਦਿੱਤਾ ਗਿਆ ਵੀ ਕਾਲਾ ਬਾਜ਼ਾਰੀ ਤੁਸੀਂ ਜੰਮ ਕੇ ਕਰੋ। ਉਹਦਾ ਸਿੱਧਾ ਸਿਸਟਮ ਇਹ ਹੈ ਕਿ ਹੁਣ ਤੁਹਾਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ। ਹੁਣ ਤੁਸੀਂ ਸਿਰਫ ਇੱਕ ਪੈਨ ਕਾਰਡ ਹੋਲਡਰ ਹੋ, ਤੁਸੀਂ ਆਓ, ਤੁਸੀਂ ਕਿੰਨਾ ਮਰਜ਼ੀ ਪਿਆਜ਼ ਖਰੀਦ ਲਓ, ਕਿੰਨਾ ਮਰਜ਼ੀ ਆਲੂ ਖਰੀਦ ਲਓ, ਕਿੰਨਾ ਮਰਜ਼ੀ ਅਨਾਜ ਖਰੀਦ ਲਓ, ਕਿੱਥੇ ਮਰਜ਼ੀ ਸਟੋਰ ਕਰ ਲਓ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਅਤੇ ਫਿਰ ਵੱਡੇ ਵੱਡੇ ਜਿਹੜੇ ਉਦਯੋਗਪਤੀ ਨੇ, ਉਹਨਾਂ ਨੇ ਫਿਰ ਇਹ ਇੱਕ ਮਤਲਬ ਐਸਾ ਤਰੀਕਾ ਅਖਤਿਆਰ ਕਰਨਾ ਕਿ ਉਹਦੇ ਵਿੱਚ ਮਹਿੰਗਾਈ ਪੈਦਾ ਹੋ ਗਈ, ਅਤੇ ਜਦੋਂ ਪੂਰਾ ਰੇਟ ਵੱਧ ਗਿਆ ਫਿਰ ਉਹ ਚੀਜ਼ਾਂ ਕੱਢਣੀਆਂ ਨੇ। ਇਹਦਾ ਇਫੈਕਟ ਕਿਹਦੇ 'ਤੇ ਜਾਊਗਾ? ਇਹਦਾ ਇਫੈਕਟ ਕਿਸਾਨ ਜਾਂ ਕਿਰਤੀ 'ਤੇ ਨਹੀਂ, ਇਹਦਾ ਵਕੀਲ 'ਤੇ, ਡਾਕਟਰ 'ਤੇ, ਮਾਸਟਰ 'ਤੇ, ਬੈਂਕ ਮੁਲਾਜ਼ਮ 'ਤੇ, ਤੁਹਾਡੇ ਵਰਗੇ ਪ੍ਰੈਸ ਵਾਲੇ ਭਰਾਵਾਂ 'ਤੇ, ਇਹਦਾ ਹਰ ਇੱਕ ਵਰਗ ਨੂੰ ਨੁਕਸਾਨ ਆ। ਜੇ ਤੁਹਾਡੀਆਂ ਖਾਣ ਵਾਲੀ ਚੀਜ਼ ਦੀ ਕਿਹਨੂੰ ਲੋੜ ਨਹੀਂ? ਮੰਨ ਲਓ ਇੱਕ ਪਿਆਜ਼ ਆ, ਪਿਆਜ਼ ਦੀ ਕਿਹਨੂੰ ਲੋੜ ਨਹੀਂ? ਪਿਆਜ਼ ਦਾ ਬਦਲ ਕੀ ਆ? ਪਿਆਜ਼ ਦਾ ਬਦਲ ਕੁਛ ਨਹੀਂ ਹੈਗਾ। ਤੁਸੀਂ ਪਿਆਜ਼ ਦੀ ਥਾਂ 'ਤੇ ਬੇਰ ਨਹੀਂ ਪਾ ਸਕਦੇ, ਤੁਸੀਂ ਸੇਬ ਨਹੀਂ ਪਾ ਸਕਦੇ, ਪਿਆਜ਼ ਦੀ ਥਾਂ 'ਤੇ ਪਿਆਜ਼ ਹੀ ਵਰਤਿਆ ਜਾਏਗਾ ਨਾ। ਤੋ ਅੱਜ ਦੇਖ ਲਓ, ਜਦੋਂ ਮਹਾਰਾਸ਼ਟਰ 'ਚੋਂ ਪੈਦਾ ਹੁੰਦਾ 2 ਰੁਪਏ 4 ਰੁਪਏ ਕਿਲੋ ਪਿਆਜ਼ ਤੁਰਦਾ, ਇੱਥੇ ਥੋਕ ਮੰਡੀ 'ਚ ਜੂਨ ਜੁਲਾਈ ਦੇ ਵਿੱਚ 12 ਰੁਪਏ ਵਿਕ ਗਿਆ, ਅਤੇ ਅੱਜ 40-50 ਨੂੰ ਵਿਕ ਰਿਹਾ। ਅਤੇ ਆਉਣ ਵਾਲੇ ਸਮੇਂ 'ਚ ਫਿਰ ਇਹਨੇ ਇੱਕ ਵਿੰਡੋ ਰੱਖਤੀ, ਬੜਾ ਘੁਮਾ ਫਿਰਾ ਕੇ ਇਹਨਾਂ ਨੂੰ ਕਰਨ ਦੀ ਆਦਤ ਆ ਜਿਹੜੀ, ਉਹ ਚੀਜ਼ ਵੀ ਇਸ 'ਚ ਵੀ ਕੀਤੀ ਕਿ ਜੀ ਜ਼ਰੂਰੀ ਵਸਤਾਂ, ਅਤ ਜ਼ਰੂਰੀ ਵਸਤਾਂ। ਹੁਣ ਜਿਹੜੀਆਂ ਜ਼ਰੂਰੀ ਵਸਤਾਂ ਨੇ, ਉਹ ਕਹਿੰਦੇ ਜੀ ਜੇ ਉਹਨਾਂ ਦਾ ਰੇਟ 100 ਟਾਈਮਸ ਤੋਂ ਉੱਤੇ ਜਾਂਦਾ, ਯਾਨੀ ਕਿ 1 ਰੁਪਏ ਵਾਲੀ ਚੀਜ਼ 100 ਰੁਪਏ ਦੀ ਹੁੰਦੀ ਹੈ, ਫਿਰ ਸਰਕਾਰ ਉਹ 'ਚ ਆ ਕੇ ਮਤਲਬ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗੀ। ਅਦਰਵਾਈਜ਼ ਉਦੋਂ ਤੱਕ ਨਹੀਂ ਛੇੜੇਗੀ। ਉਦੋਂ ਤੱਕ ਤਾਂ ਆਮ ਲੋਕਾਂ ਦਾ ਸਾਹ ਨਿਕਲ ਜਾਣਾ। ਜਿਹੜੀ ਚੀਜ਼ 10 ਰੁਪਏ ਕਿਲੋ ਆ, ਜੋ 1000 ਰੁਪਏ ਕਿਲੋ ਤੱਕ ਉਹਨਾਂ ਨੇ ਰੋਕਣੀ ਨਹੀਂ, ਫਿਰ ਆਮ ਬੰਦਾ ਕਿੱਥੇ ਗਿਆ? ਅਤੇ ਜਿਹੜੀ ਅਤ ਜ਼ਰੂਰੀ ਵਸਤਾਂ ਨੇ, ਉਹ ਕਹਿੰਦੇ ਜੀ ਜਦੋਂ ਤੱਕ 50% ਉਹਦਾ ਰੇਟ ਨਹੀਂ ਵੱਧਦਾ, ਯਾਨੀ ਕਿ 1 ਰੁਪਏ ਵਾਲੀ ਚੀਜ਼ 50 ਰੁਪਏ ਨਹੀਂ ਹੁੰਦੀ। ਤੋ ਮਤਲਬ ਕੁੱਲ ਮਿਲਾ ਕੇ ਉਦਯੋਗਪਤੀਆਂ ਦੀ ਚੁਣੀ ਹੋਈ ਸਰਕਾਰ ਹੀ ਲੱਗ ਰਹੀ ਆ। ਹੁਣ ਇੰਝ ਤਾਂ ਲੱਗਦਾ ਨਹੀਂ ਕਿ ਇਹ ਸਰਕਾਰ ਨੂੰ ਆਮ ਬੰਦੇ ਨੇ ਚੁਣਿਆ ਹੋਵੇ, ਆਮ ਕਿਸਾਨ ਨੇ ਚੁਣਿਆ ਹੋਵੇ, ਆਮ ਕਿਰਤੀ ਨੇ ਚੁਣਿਆ। ਜਿਹੜਾ ਇੱਕ ਨਾਅਰਾ ਸੀ ਘਰ ਘਰ ਨੌਕਰੀ ਦਾ, ਰੁਜ਼ਗਾਰ ਦਾ, 15 ਲੱਖ ਦੇਣ ਦਾ, ਕਾਲਾ ਧਨ ਵਾਪਸ ਆਉਣ ਦਾ, GST, ਖੇਤੀ ਬਿੱਲ, ਨੋਟਬੰਦੀ, ਉਹ ਸਾਰੇ ਮੁੱਦੇ ਜੇ ਤੁਸੀਂ ਮਿਲਾ ਕੇ ਦੇਖੋ, ਪੜ੍ਹੀ ਲਿਖੀ ਮਤਲਬ ਤਰੀਕੇ ਨਾਲ ਇਹਨੂੰ ਸੋਚੀਏ ਆਪਾਂ, ਤਾਂ ਇਹਦਾ ਰਿਜ਼ਲਟ ਇਹੀ ਨਿਕਲਦਾ ਕਿ ਤੁਹਾਡਾ ਰਿਜ਼ਲਟ ਜਿਹੜਾ ਉਹ 0 ਆ। ਤੁਸੀਂ ਇੱਕ ਆਬਾਦ ਦੇਸ਼ ਨੂੰ ਤੁਸੀਂ ਕਿੱਧਰਲੇ ਪਾਸੇ ਨੂੰ ਲੈ ਕੇ ਚੱਲੇ ਹੋ, ਸਮਝ ਤੋਂ
ਕੁਲਵੀਰ ਜੀ, ਇੱਕ ਲਾਸਟ ਦੇ ਵਿੱਚ ਮੈਂ ਸਭ ਤੋਂ ਇੱਕ ਸਵਾਲ ਦਾ ਜਵਾਬ ਹੋਰ ਲੈਣਾ ਚਾਹਾਂਗਾ। ਪਹਿਲਾਂ ਆਰਡੀਨੈਂਸ ਆਉਂਦਾ ਹੈ, ਕਾਨੂੰਨ ਬਣ ਜਾਂਦਾ ਹੈ, ਪਾਸ ਹੋ ਜਾਂਦਾ ਹੈ, ਅਤੇ ਹੁਣ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਨੇ, ਪੋਲੀਟੀਕਲ ਪਾਰਟੀਆਂ ਸੜਕਾਂ 'ਤੇ ਨੇ। ਕੀ ਹੁਣ ਕਾਨੂੰਨ ਦਾ ਕੋਈ ਅੱਗੇ ਕੋਈ ਇਹਦੇ ਵਿਚਾਰ ਕੋਈ ਲਿੱਤਾ ਜਾਊਗਾ? ਸੈਂਟਰ ਸਰਕਾਰ 'ਤੇ ਵਿਚਾਰ ਕਰੂਗੀ? ਸਰ ਦੇਖੋ, ਇੱਕ ਕਹਾਵਤ ਹੈ ਕਿ ਜਦੋਂ ਤੱਕ ਬੱਚਾ ਜੰਮਦਾ ਮਾਂ ਦੇ ਪੇਟੋਂ ਰੋਂਦਾ ਨਹੀਂ, ਮਾਂ ਦੁੱਧ ਨਹੀਂ ਪਿਆਉਂਦੀ, ਤਾਂ ਸਾਨੂੰ ਰੋਣਾ ਪਏਗਾ। ਸਾਡੇ ਹੱਕ ਖੋਏ ਜਾ ਰਹੇ ਨੇ, ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਸਾਡੀਆਂ ਜ਼ਿੰਦਗੀਆਂ ਖੋਈਆਂ ਜਾ ਰਹੀਆਂ ਨੇ, ਰੋਣਾ ਤਾਂ ਪਏਗਾ। ਅਤੇ ਮੈਂ ਇੱਥੇ ਬੇਨਤੀ ਵੀ ਕਰਾਂਗਾ ਪੰਜਾਬ ਦੇ ਲੀਡਰਾਂ ਨੂੰ, ਤਮਾਮ ਲੀਡਰਾਂ ਨੂੰ ਕਰੂੰਗਾ, ਸਾਰੀ ਪਾਰਟੀਆਂ ਦੇ ਲੀਡਰਾਂ ਨੂੰ, ਕਿ ਦੇਖੋ ਜੀ, ਹੁਣ ਤਾਂ ਇਹ ਕਾਨੂੰਨ ਬਣ ਗਿਆ, ਠੀਕ ਹੈ ਜੀ। ਹੁਣ ਇਹਨੂੰ ਕਾਨੂੰਨੀ ਲੜਾਈ ਲੜਨਾ ਐਜ਼ ਵੈਲ ਐਜ਼ ਇਕੱਠੇ ਹੋ ਕੇ ਲੜਨਾ। ਹੁਣ ਸੱਸ ਨੂੰਹ ਵਾਲੀ ਲੜਾਈ ਛੱਡੋ ਕਿ ਉਹਨਾਂ ਨੇ ਜੀ ਪਾਸ ਕਰਾਤਾ, ਉਹਨਾਂ ਨੂੰ ਪਤਾ ਸੀ ਜਾਂ ਉਹ ਸੀ। ਮੇਰੀ ਬੇਨਤੀ ਆ। ਦੂਜੀ ਗੱਲ, ਕਿਸਾਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਡਟ ਕੇ ਮਤਲਬ ਇਹਦਾ ਵਿਰੋਧ ਕਰੋ। ਅਸੀਂ ਵੀ ਸਾਰਾ ਵਰਗ ਹੀ ਨਾਲ ਨੇ। ਇਹ ਵਿਰੋਧ ਦਾ ਅਸਰ ਹੁੰਦਾ ਕਿਤੇ ਨਾ ਕਿਤੇ, ਜਿਵੇਂ ਰੀਸੈਂਟਲੀ ਆਇਆ, ਕਦੇ ਹੋਇਆ ਨਹੀਂ ਹਿਸਟਰੀ ਦੇ ਵਿੱਚ ਕਿ ਕੈਬਨਿਟ ਮੰਤਰੀ ਨੇ ਅਸਤੀਫਾ ਦਿੱਤਾ ਹੋਵੇ। ਪਹਿਲਾਂ ਕੋਈ ਨਹੀਂ ਮੰਨਦਾ ਸੀ, ਲੋਕ ਸੜਕਾਂ 'ਤੇ ਆ ਗਏ, ਕੇਂਦਰੀ ਮੰਤਰੀ ਅਸਤੀਫਾ ਦੇ ਗਿਆ। ਇਟ ਮੀਨਸ ਇਹਦੇ 'ਚ ਪਾਵਰ ਹੈ। ਤੋ ਇਸੇ ਤਰ੍ਹਾਂ ਐਜੀਟੇਸ਼ਨ ਅਗਰ ਜਾਰੀ ਰਹਿੰਦੀ ਆ, ਇਹਦਾ ਕਾਨੂੰਨੀ ਪੱਖ ਵੀ ਆ। ਅਸੀਂ ਅਗਰ ਸੁਪਰੀਮ ਕੋਰਟ ਜਾਂਦੇ ਆ, ਉਹ ਸਾਨੂੰ ਸੰਵਿਧਾਨ ਉਹ ਦਿੰਦਾ, ਉਹਦੇ ਵਿੱਚ ਵੀ ਬੜੇ ਅੱਗੇ ਨਿਕਲਦੇ ਨੇ। ਤਾਮਿਲਨਾਡੂ ਦੇ ਇੱਕ ਕਿਸਾਨ ਨੇ ਤਾਂ ਚਲੋ ਪਹਿਲ ਵੀ ਕੀਤੀ ਆ ਜਾਣ ਦੀ, ਪੰਜਾਬ ਗੌਰਮੈਂਟ ਵੀ ਜਾਵੇ, ਸਾਰੀਆਂ ਪਾਰਟੀਆਂ ਰਲ ਕੇ ਜਾਣ, ਸਾਰੇ ਪੰਜਾਬੀ, ਸਾਰੇ ਹਰਿਆਣੇ ਵਾਲੇ, ਜਿਨ੍ਹਾਂ ਤੇ ਇਫੈਕਟ ਆ, ਉਹ ਸਾਰੇ ਜਾਣ। ਇਹਦਾ ਹੱਲ ਜ਼ਰੂਰ ਨਿਕਲੇ। ਕੁਲਵੀਰ ਜੀ, ਇੱਕ ਤੁਹਾਡੀ ਮੈਂ ਗੱਲ ਕੱਟ ਕੇ ਤੁਹਾਨੂੰ ਕਹਿ ਰਿਹਾ, ਜਿੱਥੇ ਪੋਲੀਟੀਕਲ ਪਾਰਟੀਆਂ ਨੂੰ ਇਸ ਟਾਈਮ ਦੇ ਦੌਰਾਨ ਕਿ ਆਪਣਾ ਪੋਲੀਟੀਕਲ ਸਿੰਬਲ ਅੱਗੇ ਲੈ ਕੇ ਆਉਣ ਦੀ ਲੋੜ ਹੈ, ਜਾਂ ਕਿਸਾਨੀ ਸਿੰਬਲ ਦੇ ਨਾਲ ਹੀ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ? ਦੇਖੋ ਵਿਸ਼ਾਲ ਜੀ, ਇੱਕ ਸਾਡੇ ਦੇਸ਼ ਦੀ ਇਹ ਬਹੁਤ ਮੰਦਭਾਗੀ ਮਤਲਬ ਗੱਲ ਹੈ ਕਿ ਸਾਡੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹ ਆਪਣਾ ਮੌਕਾ ਨਹੀਂ ਛੱਡਦੀਆਂ। ਪੋਲੀਟੀਕਲ ਜਿੱਥੋਂ ਗੇਨ ਹੋ ਮਿਲਣਾ ਹੁੰਦਾ, ਉਹਨਾਂ ਨੂੰ ਲੈ ਕੇ ਹਟਦੀਆਂ ਨੇ। ਹੁਣ ਗੱਲ ਤਾਂ ਹੋ ਰਹੀ ਹੈ ਕਿਸਾਨੀ ਬਿੱਲ ਦੀ, ਕਿਸਾਨਾਂ ਨਾਲ ਹੋਏ ਧੱਕੇ ਦੀ, ਅਤੇ ਇਹ ਇੱਕ ਦੂਜੇ ਨੂੰ ਇਸ ਤਰ੍ਹਾਂ ਵਿਰੋਧ ਕਰ ਰਹੇ ਨੇ। ਇਹਨਾਂ ਨੂੰ ਜਸਟ 2022 ਦਿਸ ਰਿਹਾ, ਪੰਜਾਬ ਦੀ ਇਲੈਕਸ਼ਨ ਦਿਸ ਰਹੀ ਆ, ਉਸ ਤੋਂ ਗਾਹਾਂ ਹੋਰ ਕੁਝ ਨਹੀਂ ਦਿਸ ਰਿਹਾ। ਇਸੇ ਕਰਕੇ ਮੈਂ ਬੇਨਤੀ ਕਰ ਰਿਹਾ ਇਹਨਾਂ ਨੂੰ ਕਿ ਤੁਸੀਂ ਆਪਣੇ ਆਪਸੀ ਮਨਮੁਟਾਓ ਛੱਡ ਕੇ ਇਹ ਇੱਧਰ ਨੂੰ ਆਓ। ਤੁਸੀਂ ਵੀ ਕਿਸਾਨਾਂ ਦੇ ਪੁੱਤ ਹੋ, ਤੁਸੀਂ ਵੀ ਕਿਸਾਨ ਹੋ, ਤੁਸੀਂ ਵੀ ਕਿਰਤੀ ਹੋ, ਕਿਰਤੀਆਂ 'ਚੋਂ ਨਿਕਲੇ ਹੋ, ਅਤੇ ਸਾਰੀਆਂ ਕੌਮਾਂ 'ਤੇ ਇਹ ਅਸਰ ਪੈਣ ਜਾ ਰਿਹਾ। ਤਾਂ ਆਹ ਦਾ ਨਾਰਾ ਤਾਂ ਮਾਰੋ ਐਟਲੀਸਟ। ਜੇ ਕੁਛ ਇਕੱਠੇ ਹੋ ਕੇ ਕਰਾਂਗੇ, ਉੱਥੇ ਬੈਠੋ, ਅਸਤੀਫੇ ਦਿਓ, ਜਾ ਕੇ ਚੱਕੇ ਜਾਮ ਕਰੋ, ਪਹੁੰਚੋ। ਜਦੋਂ ਇਹੋ ਜਿਹਾ ਕੁਛ ਹੋਏਗਾ ਤਾਂ ਸਰਕਾਰ ਨੂੰ ਕਿਸੇ ਨਾ ਕਿਸੇ ਲੈਵਲ 'ਤੇ ਆ ਕੇ ਝੁਕਣਾ ਪਏਗਾ। ਅਮੈਂਡਮੈਂਟ ਹੋਏਗੀ, ਜਿਹੜੀਆਂ ਚੀਜ਼ਾਂ ਚਾਹੁੰਦੇ ਆ, ਜੇ ਉਹ ਚੀਜ਼ਾਂ ਬਣਦੀਆਂ ਨੇ ਤਾਂ ਸ਼ਾਇਦ ਲੋਕਾਂ ਦਾ ਭਲਾ ਹੋ ਸਕੇ। ਨਹੀਂ ਤਾਂ ਫਿਰ ਇਹ ਮਤਲਬ ਬਹੁਤ ਲੰਬੀ ਇੱਕ ਲੜਾਈ ਆ ਜਿਹੜੀ ਸ਼ੁਰੂ ਹੋਈ ਆ। ਕੁਲਵੀਰ ਜੀ, ਸਾਨੂੰ ਟਾਈਮ ਦੇਣ ਲਈ ਤੁਹਾਡਾ ਧੰਨਵਾਦ। ਸੋ ਇਹ ਸੀ ਐਡਵੋਕੇਟ ਕੁਲਵੀਰ ਸਿੰਘ ਜੀ, ਜਿਨ੍ਹਾਂ ਨੇ ਇਹ ਖੇਤੀ ਕਾਨੂੰਨਾਂ ਦਾ ਵਿਸਤਾਰ ਦੇ ਵਿੱਚ ਸਾਡੇ ਵਿਊਅਰਸ ਨੂੰ ਜਾਣਕਾਰੀ ਦਿੱਤੀ ਹੈ। ਅਤੇ ਇਹਨਾਂ ਦੇ ਮੁਤਾਬਕ ਹੁਣ ਜੋ ਕਿਸਾਨ ਹੈ, ਕਿਸਾਨ ਦੇ ਉੱਤੇ ਜੋ ਰਾਜ ਕਰਨਾ ਹੈ, ਉਹ ਪ੍ਰਾਈਵੇਟ ਘਰਾਣੇ ਨੇ ਰਾਜ ਕਰਨਾ ਹੈ। ਸੋ ਇਸੇ ਹੀ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਦੇਖਦੇ ਰਹੋ ਸਾਡਾ ਪੰਜਾਬੀਅਤ YouTube ਚੈਨਲ ਅਤੇ Facebook ਪੇਜ 'ਤੇ। ਸਾਨੂੰ ਫੋਲੋ ਕਰੋ, ਲਾਈਕ ਕਰੋ। ਧੰਨਵਾਦ ਜੀ।